ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧੁ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਵੜ ਅਗੀ, ਪਾਵਹਿ ਗਤ ਵਿਸ਼ਰਾਮ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਤ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਕਾਫੀ ਘਰ ਦਸਵਾ, ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ। ਮਨ ਤਨ ਹੋਏ ਝੁਲੰਭ, ਜੇ ਸਤਿਗੁਰ ਪਾਇਆ। ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ। ਮਨ ਤਨ ਹੋਏ ਝੁਲੰਭ, ਜੇ ਸਤਿਗੁਰ ਪਾਇਆ। ਚੱਲੈ ਜਨਮ ਸਵਾਰ, ਵਖਰ ਸੱਚ ਲੈ। ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹਾ।
ਸੱਚ ਸਲਾਹੇ, ਸਾਚੇ ਮਨ ਭਾਇਆ। ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਹਉ ਜੀਵਾ ਗੁਣ ਸਾਰ, ਅੰਤਰ ਤੂ ਵਸੈ। ਤੂੰ ਵਸਹਿ ਮਨ ਮਾਹੇ, ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ, ਆਖੋ ਕਿਤੜਾ। ਗੁਰਮੁਖ ਹਰ ਗੁਣ ਗਾਏ, ਰੰਗ ਰੰਗੇਤੜਾ। ਨਿਤ ਨਿਤ ਹਿਰਦੈ ਸਮਾਲ, ਪ੍ਰੀਤਮ ਆਪਣਾ। ਜੇ ਚੱਲਹਿ ਗੁਣ ਨਾਲ, ਨਾਹੀ ਦੁਖ ਸੰਤਾਪਣਾ। ਮਨ ਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ। ਮਰਸੀ ਹੋਏ ਵਡਾਣਾ, ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ। ਗੁਰ ਬਾਣੀ ਨਿਰਵਾਣ, ਸ਼ਬਦ ਪਛਾਣਿਆ। ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦੇ ਸੁਚੱਜੇ ਉਦਮ ਦੁਆਰਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਨਿਤਨੇਮ, ਅੰਮ੍ਰਿਤੂ ਬਾਣੀ ਦਾ ਕੀਰਤਨ, ਕਵੀਸ਼ਰ ਸਿੰਘਾਂ ਤੋਂ ਸਤਿਗੁਰੂ ਜੀ ਦੀ ਪਾਵਨ ਸ਼ਹੀਦੀ ਦਾ ਪ੍ਰਸੰਗ ਆਪ ਜੀ ਸਰਵਣ ਕਰਦੇ ਆ ਰਹੇ ਹੋ। ਜਿਸ ਤਰ੍ਹਾਂ ਬਹਾਬ ਬੋਹਰਾ ਮੌਲਵੀ ਜਿਸ ਨੇ ਫਤਵਾ ਜਾਰੀ ਕੀਤਾ ਔਰ ਸਮਾਣੇ ਦਾ ਉਹ ਜਲਾਲਦੀਨ ਔਰ ਜਿਹਦੇ ਦੁਆਰਾ ਚਾਂਦਨੀ ਚੌਕ ਵਿਖੇ ਸਤਿਗੁਰਾਂ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਨਿਤਨੇਮ ਕੀਤੇ। ਜਦੋਂ ਅਰਦਾਸ ਬੇਨਤੀ ਕਰਕੇ ਪਰਮਾਤਮਾ ਨੂੰ ਸਾਖੀ ਜਾਣ ਕੇ ਸੀਸ ਝੁਕਾਇਆ, ਉਸ ਦੁਸ਼ਟ ਵੱਲੋਂ ਜ਼ਾਲਮ ਹਕੂਮਤ ਦੇ ਮੌਲਵੀ ਕਾਜ਼ੀਆਂ ਦੇ ਫਤਵੇ ਮੁਤਾਬਕ ਮਹਾਰਾਜ ਨੂੰ ਤਿੰਨਾਂ ਗੁਰਸਿੱਖਾਂ ਤੋਂ ਬਾਅਦ
ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਔਰੰਗਜ਼ੇਬ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ। ਡਰਦਾ ਹੋਇਆ ਇੱਥੋਂ ਭੱਜ ਗਿਆ, ਔਰੰਗਾਬਾਦ ਜਾ ਕੇ ਰਿਹਾ। ਉੱਥੇ ਫਿਰ ਜਦੋਂ ਮਹਾਰਾਜ ਨੇ ਭਾਈ ਦਇਆਲ ਸਿੰਘ ਜੀ, ਧਰਮ ਸਿੰਘ ਜੀ ਦੁਆਰਾ ਜ਼ਫਰਨਾਮਾ ਜਿੱਤ ਦਾ ਪੱਤਰ ਭੇਜਿਆ, ਪੜ੍ਹਿਆ, ਇਸ ਨੂੰ ਆਪਣੀਆਂ ਕਰਤੂਤਾਂ ਬਾਰੇ ਪਤਾ ਲੱਗਿਆ। ਫਿਰ ਇਸ ਦੀ ਮੌਤ ਹੋ ਗਈ। ਉਹ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਸ਼ਹੀਦ ਹੋਏ, ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ। ਸ੍ਰੀ ਅਨੰਦਪੁਰ ਸਾਹਿਬ ਸੀਸ ਦਾ ਸਤਿਕਾਰ ਹੋਇਆ, ਉੱਥੇ ਵੀ ਗੁਰਦੁਆਰੇ ਦਾ ਨਾਮ ਸੀਸਗੰਜ ਹੈ। ਮਹਾਰਾਜ ਦੇ ਪਾਵਨ ਸਰੀਰ ਦਾ ਰਕਾਬਗੰਜ ਸੰਸਕਾਰ ਹੋਇਆ, ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਤੇ ਔਰੰਗਜ਼ੇਬ ਦੀ ਕਬਰ ਤੇ ਮਜੌਰ 2-2 ਪੈਸੇ ਮੰਗਦੇ ਆ ਦੀਵਾ ਬਾਲਣ ਲਈ। ਇਹ ਪਵਿੱਤਰ ਅਸਥਾਨ 'ਤੇ ਹਰ ਵੇਲੇ ਕਦੋਂ ਵੀ ਚਲੇ ਜਾਓ, ਮਹਾਰਾਜ ਦੇ ਦਹਿਲੀਜ਼ 'ਤੇ ਸੀਸ ਝੁਕਦੇ ਆ। ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ, ਕਥਾ ਕੀਰਤਨ ਸੰਗਤ ਪੰਗਤ, ਗੁਰਪੁਰਬ ਮਨਾਏ ਜਾਂਦੇ ਹਨ। ਧੂਫ ਧੁਖਦੇ, ਜੋਤਾਂ ਜਗ ਰਹੀਆਂ, ਔਰ ਉਹਨਾਂ ਦਾ ਨਾਂ ਸਦਾ ਅਟਲ ਅਜ਼ਰ ਅਮਰ ਹੈ। ਦੂਸਰੇ ਪਾਸੇ ਉਹ ਜਿਹੜੀਆਂ ਹਕੂਮਤਾਂ, ਉਹਦਾ ਨਾ ਨਾਮ ਨਿਸ਼ਾਨ ਉੱਡ ਗਿਆ, ਖਤਮ ਹੋ ਗਿਆ ਹੈ। ਇਹ ਪ੍ਰਸੰਗ ਮਹਾਰਾਜ ਦੀ ਸ਼ਹੀਦੀ ਦਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਕੁਝ ਸਮੇਂ ਵਾਸਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨੀ ਹੈ। ਇਹ ਸ਼ਬਦ ਦੇ ਅੰਦਰ ਮਨੁੱਖ ਜਨਮ ਦੀ ਦੁਰਲਭਤਾ ਬਾਰੇ ਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬੋਹਰ ਨਾ ਲਾਗਾ ਡਾਰ। ਜਿਵੇਂ ਜੰਗਲ ਵਿੱਚ ਫਲ ਲੱਗਦੇ ਹੈ, ਸਮੇਂ ਨਾਲ ਗਿਰ ਜਾਂਦੇ, ਡਾਲੀਆਂ ਨਾਲ ਨਹੀਂ ਜੁੜਦੇ। ਜਾਂ ਦੁੱਧਾ ਥਣੇ ਨਾ ਆਵੇ ਫਿਰ ਹੋਏ ਨਾ ਮੇਲਾ, ਦੁੱਧ ਥਣਾ ਜੋ ਕੱਢੀਏ ਦੁਬਾਰਾ ਨਹੀਂ ਪਾਇਆ ਜਾਂਦਾ। ਇਹ ਮਨੁੱਖ ਜਨਮ ਮਾਨਸ ਜਨਮ ਵਡ ਪੁੰਨੇ ਪਾਇਆ, ਹਰ ਰਾਵਣ ਵੇਰਾ ਰਾਮ। ਕਿਸੇ ਪੁੰਨ ਪ੍ਰਤਾਪ ਨਾਲ ਜਨਮ ਮਿਲਿਆ। ਇਹ ਬੇਲਾ ਪਰਮੇਸ਼ਰ ਨੂੰ, ਨਿਰੰਕਾਰ ਨੂੰ ਚੇਤੇ ਕਰਨ ਦਾ ਹੈ। ਬਾਕੀ ਭੋਗ ਜੋਨੀਆਂ ਇਹ ਕਰਮ ਜੋਨੀਆਂ, ਕਰਮਾਂ ਦਾ ਫਲ ਭੋਗ ਵੀ ਰਿਹਾ ਅਤੇ ਨਏ ਕਰਮ ਵੀ ਕਰ ਸਕਦਾ ਹੈ। ਬਾਕੀ ਜਿਹੜੀਆਂ ਪਸ਼ੂ ਜੋਨੀਆਂ ਜਾਂ ਹੋਰ ਜਿੰਨੀਆਂ ਵੀ, ਉਹ ਕੋਈ ਕਰਮ ਨਹੀਂ ਕਰ ਸਕਦੀਆਂ। ਨਿੰਦਰਾ ਭੋਜਨ ਭੋਗ ਪਾਏ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਸੌਣਾ, ਬੱਚੇ ਪੈਦਾ ਕਰਨੇ, ਔਰ ਭੋਜਨ ਆਪੋ ਆਪਣੀ ਖੁਰਾਕ ਖਾਣੀ, ਭੈ ਡਰ, ਇਹ 4 ਚੀਜ਼ਾਂ ਮਨੁੱਖ ਦੀਆਂ ਪਸ਼ੂਆਂ ਦੀਆਂ ਸਾਂਝੀਆਂ। ਕਹਿੰਦੇ ਫਿਰ ਮਨੁੱਖ ਵਿੱਚ ਵਿਸ਼ੇਸ਼ਤਾ ਕੀ ਹੋਈ? ਨਰਨ ਗਿਆਨ ਨੇ ਜਦ ਕਥਾ, ਬੰਦਿਆਂ ਵਿੱਚ ਗਿਆਨ ਦੀ ਵਿਸ਼ੇਸ਼ਤਾ ਹੈ। ਜੇ ਕਹਿੰਦੇ ਆਤਮਿਕ ਗਿਆਨ ਪ੍ਰਾਪਤ ਨਹੀਂ ਕੀਤਾ, ਗਿਆਨ ਤੋਂ ਬਿਨਾਂ, ਗਿਆਨ ਬਿਨਾਂ ਪਸ ਜਾਣ। ਇਹਨੂੰ 2 ਸਿੰਘਾਂ ਤੇ ਪੂਛ ਤੋਂ ਬਿਨਾਂ ਪਸ਼ੂ ਜਾਣੋ।
ਸਾਹਿਤ ਸੰਗੀਤ ਕਲਾ ਬਿਹੀਨਾ ਪੂਛ ਵਿਛਾਣਹੀਨਾ। ਜਿਹਦੇ ਸਾਹਿਤ ਦਾ ਗੁਣ ਨਹੀਂ, ਸੰਗੀਤ ਕਲਾ ਆਤਮਾ ਗਿਆਨ ਦੀ ਉਪਲਬਧੀ ਨਹੀਂ, ਉਹਨੂੰ ਗ੍ਰੰਥਕਾਰ ਕਹਿੰਦੇ ਹਨ ਸ਼ਾਸਤਰ ਵੇਤੇ, ਉਹ ਸਿੰਘਾਂ ਅਤੇ ਪੂਛ ਤੋਂ ਬਿਨਾਂ ਪਸ਼ੂ ਹੈ। ਅੰਗਰੇਜ਼ੀ ਵਾਲੇ ਵੀ ਕਹਿੰਦੇ ਮੈਨ ਇਜ਼ ਏ ਐਨੀਮਲ, ਇੱਕ ਪਸ਼ੂ ਇਹ ਗਿਆਨ ਤੋਂ ਬਿਨਾਂ ਹੈ। ਕਹੋ ਨਾਨਕ ਸੇ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਅਸਲੀ ਖਰ ਖੋਤੇ ਆ, ਗੁਣ ਤੋਂ ਬਿਨਾਂ ਹੰਕਾਰ ਕਰਦੇ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਤਰ੍ਹਾਂ ਦਾ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਬਹਿ ਜਾਓ, ਪਰਿਕਰਮਾ ਨਾ ਕਰੋ। ਭਾਈ ਉੱਧਰ ਮਾਈਆਂ ਵਾਲ ਅਤੇ ਮਾਈਆਂ ਭਾਈਆਂ ਵਾਲ, ਫਿਰ ਇਸ ਤਰ੍ਹਾਂ ਬਖੇਪਤਾ ਜੀ ਪੈਦਾ ਹੁੰਦੀ ਹੈ। ਮੱਥਾ ਟੇਕੋ, ਆਪੋ ਆਪਣੇ ਪਾਸੇ ਬਹਿ ਜਾਓ। ਇਸ ਤਰ੍ਹਾਂ ਅਗੜਾ ਦੁਗੜਾ ਜਿਹਾ ਕੰਮ ਫਿਰ ਚੰਗਾ ਨਹੀਂ ਲੱਗਦਾ। ਸੋ ਆਓ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖ ਜਨਮ ਦੀ ਦੁਰਲਭਤਾ ਬਾਰੇ ਵਿਚਾਰ ਦਿੱਤੇ ਆ। ਜਿਵੇਂ ਇੱਕ ਰਾਜੇ ਨੇ ਕਿਲ੍ਹਾ ਬਣਾਇਆ, ਉਹਦੇ 4 ਦਰਵਾਜ਼ੇ ਰੱਖੇ ਗਏ, ਇੱਕ ਵਿੱਚ ਮਾਸ, ਇੱਕ ਵਿੱਚ ਸ਼ਰਾਬ, ਇੱਕ 'ਚ ਬੇਸਵਾ, ਇੱਕ 'ਚ ਜੂਆ। ਇਹ ਜਿਹੜਾ ਇਹਨਾਂ ਚੌਹਾਂ ਤੋਂ ਬਚ ਕੇ ਆ ਜਾਏ, ਉਹਨੂੰ ਮੈਂ ਆਪਣਾ ਵਾਰਿਸ ਯੁਵਰਾਜ ਬਣਾਵਾਂਗਾ। ਸਾਰਿਆਂ ਨੂੰ ਸ਼ੌਕ ਜਾਗਿਆ, ਲੈ ਬਈ ਆਪਾਂ ਨੂੰ ਰਾਜਗੱਦੀ ਦੀ ਪਦਵੀ ਮਿਲਦੀ ਹੈ। ਯਤਨ ਵਿੱਚ ਹੋ ਗਏ, ਜਾਂਦੇ ਆ ਵਾਰੋ ਵਾਰੀ, ਜਾ ਕੇ ਦੇਖਦੇ ਆ ਇਹ ਪ੍ਰਲੋਭਨ ਰੱਖੇ ਹੋਏ ਆ। ਕਹਿੰਦੇ ਲਓ ਜੀ, ਸ਼ਰਾਬ 'ਚ ਕੀ ਹੈ ਕਿ ਕਰਦਾ ਸਾਕਿਆ, ਪਾਣੀ ਆ ਗੋੜਿਆ, ਇਹਦੇ 'ਚ ਕੀ ਹੈ? ਅੱਜ ਕੱਲ੍ਹ ਵੀ ਕਈ ਕਹਿੰਦੇ ਤੁਸੀਂ ਕਿੱਕਰ ਦੀ ਦਾਤਣ ਨਹੀਂ ਕੀਤੀ, ਗੁੜ ਨਹੀਂ ਖਾਧਾ, ਪਾਣੀ ਨਹੀਂ ਪੀਤਾ। ਅਸੀਂ ਇਕੱਠਾ ਕਰ ਲੈਂ, ਤੁਸੀਂ ਇਕੱਲਾ ਇਕੱਲਾ ਕਰੀ ਜਾਂਦੇ ਆ। ਹੁਣ ਸ਼ਹਿਦ ਘਿਓ ਦੋਨੋਂ ਅੰਮ੍ਰਿਤ ਆ, ਅਤੇ ਜਦੋਂ ਬਰਾਬਰ ਮਿਕਦਾਰ ਵਿੱਚ ਮਿਲ ਜਾਣ ਉਹ ਜ਼ਹਿਰ ਬਣ ਜਾਂਦੇ ਆ। ਇਹ ਖਾਣਾ ਹੋਵੇ ਜਾਂਦਾ ਘਿਓ ਵੱਧ ਰੱਖੋ ਜਾਂ ਸ਼ਹਿਦ, ਜੇ ਸਮਾਨ ਅੰਤਰ ਹੋ ਗਿਆ ਉਹ ਜ਼ਹਿਰ ਬਣ ਗਿਆ। ਗੁੜ ਵੀ ਠੀਕ ਸੀ, ਪਾਣੀ ਵੀ ਠੀਕ ਸੀ, ਕਿੱਕਰ ਦਾ ਸੱਕ ਵੀ। ਅਤੇ ਜਦੋਂ ਵੀ ਉਹਨਾਂ ਨੂੰ ਬੋਇਲ ਕੀਤਾ, ਉਹਨਾਂ ਦੇ ਅੰਦਰ ਇੱਕ ਰਿਐਕਸ਼ਨ ਹੋ ਗਿਆ, ਜਿਹਦਾ ਨਾਮ ਬਣ ਗਿਆ ਸ਼ਰਮਨ ਸ਼ਰਾਰਤ ਆਬ ਪਾਣੀ। ਸ਼ਰਾਰਤ ਦਾ ਪਾਣੀ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਭਰਾ ਨਾ ਪਛਾਣੇ, ਖਸਮ ਧੱਕੇ ਖਾਏ। ਫਿਰ ਐਸਾ ਬਣ ਜਾਂਦਾ ਉਹ। ਹੁਣ ਪਾਣੀ ਪਸ਼ੂ ਪੰਛੀ ਵੀ ਪੀ ਲੈਣਗੇ, ਕਿੱਕਰ ਦੇ ਵੀ ਪੱਤੇ ਪੁੱਤੇ ਖਾ ਲੈਣਗੇ, ਗੁੜ ਵੀ ਵਰਤ ਲੈਣਗੇ ਸਾਰੇ। ਪਰ ਜਦੋਂ ਉਹ ਮੱਟੀ 'ਚ ਪਾ ਕੇ ਸ਼ਰਾਬ ਬਣ ਗਈ, ਕਾਂ ਕੁੱਤਾ ਸੂਰ ਤਿੰਨੇ ਗੰਦ ਖਾ ਲੈਂਦੇ, ਇਹਨੂੰ ਮੂੰਹ ਨਹੀਂ ਲਾਉਂਦੇ। ਇਹ ਪੈਸੇ ਦੇ ਕੇ ਪੀ ਰਿਹਾ, ਇਹ ਸ਼ਰਾਰਤ ਦੇ ਪਾਣੀ ਨੂੰ ਪੈਸੇ ਦੇ ਕੇ ਪੀ ਰਿਹਾ। ਡੂਬੇ हैं गलासों में न उभरे जिंदगानी में, सैकड़े ही बह गए बोतलों के बंद पानी में। ਗੱਲਾਂ ਤਾਂ ਅਸੀਂ ਕਰਦੀਆਂ ਖਾਲਸਾ ਰਾਜ ਦੀਆਂ, ਕਿ ਕਿਸੇ ਨੂੰ ਬੋਤਲ ਨੇ ਮੁੰਦਾ ਕੀਤਾ ਹੁੰਦਾ, ਕੋਈ ਅਧੀਏ ਦੁਆਰਾ, ਕਈ ਪਊਏ ਦੁਆਰਾ। ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ। ਦਸ਼ਾ ਸਾਡੀ ਇਹ ਹੈ, ਅੱਧ ਪਾ ਪੀ ਕੇ ਬੁਲਬੁਲ ਬਣ ਜਾਏ, ਪਊਆ ਪੀ ਕੇ ਤੋਤਾ,
ਅਧੀਆ ਪੀ ਕੇ ਬਾਂਦਰ ਬਣ ਜਾਏ, ਬੋਤਲ ਪੀ ਕੇ ਖੋਤਾ। ਜਿਹੜੇ ਅਧਿਕ ਪਾਪੀ ਲਈ ਨਾ, ਇਹ ਤਾਂ ਤੋਤੇ ਮੂੰਹ ਕੁਤਰਾ ਮੁਤਰੀ ਬੜੀ ਕਰਦਾ ਨਾ, ਬੁਲਬੁਲ ਬਣ ਗਿਆ, ਬੜੀਆਂ ਅਡਾਰੀਆਂ ਭਰਦਾ। ਪਊਆ ਪੀ ਕੇ ਤੋਤਾ ਬਣ ਗਿਆ, ਆਧੀਆ ਪੀ ਕੇ ਬਾਂਦਰ। ਫਿਰ ਸਾਂਗ ਸੂੰਗ ਬੜੀ ਲਾਉਂਦਾ ਨਾ ਇੱਕ ਦੂਏ ਦੀ। ਦੇਖ ਲਿਓ ਸ਼ਰਾਬੀਆਂ ਦੀ ਮਹਿਫਲ 'ਚ ਆ ਕੇ, ਜਿਹੜੇ ਬੋਤਲ ਚਾੜ ਲਈ ਬਸ ਫਿਰ ਪੂਰਾ ਖੋਤਾ ਬਣ ਗਿਆ। ਇੱਥੇ ਦੇ ਖੋਤੇ ਤੁਸੀਂ ਦੇਖੇ ਨਹੀਂ ਹੋਣੇ, ਕਿਤੇ ਦੇਖ ਆਏ ਉੱਥੇ। ਸ਼ਾਮ ਨੂੰ ਇਹ ਮੀਟਿੰਗ ਕਰਦੇ ਹੁੰਦੇ ਆ, ਪਹਿਲਾਂ ਤਾਂ ਇੱਕ ਦੂਏ ਨਾਲ ਮੂੰਹ ਜੋੜਨਗੇ ਨਾ ਤੇ ਲੈ ਜਾਣਾ, ਫਿਰ ਪਛਾੜੀ ਇੱਕ ਦੂਜੇ ਨੂੰ ਦਲਤੇ ਮਾਰ ਕੇ ਜਾਂਦੇ ਹੁੰਦੇ ਆ। ਅਤੇ ਸ਼ਰਾਬੀਆਂ ਦੀ ਵੀ ਇਹ ਹਾਲਤ ਹੈ, ਪਹਿਲਾਂ ਇਕੱਠੇ ਆ, ਬਾਅਦ 'ਚ ਕੁਰਸੀਆਂ 'ਤੇ ਮੇਜ਼ ਭੰਨ ਕੇ ਕਈ ਕੁਛ ਕਰਦੇ ਆ। ਇਸ ਤਰ੍ਹਾਂ ਦੀ ਹਾਲਤ ਹੈ। ਇਹਦੇ 'ਚ ਕੀ ਦੋਸ਼ ਹੈ? ਪੀ ਲਈ, ਜਿਲੇ ਪੀ ਲਈ, ਅੰਦਰ ਖੋਹ ਪੈਣ ਲੱਗੀ। ਇਹ ਕਹਿਣ ਲੱਗੇ ਹੁਣ ਫਿਰ ਕੁੱਠਾ ਕਾਠਾ ਵੀ ਖਾ ਲਈਏ, ਉਹ ਵੀ ਛਕ ਛਕਾ ਲਿਆ। ਉਹ ਹੋਇਆ ਅਤੇ ਫਿਰ ਅੰਦਰ ਬਕਾਰ ਨੇ ਵੀ ਜ਼ੋਰ ਫੜ ਲਿਆ। ਹਾਂਜੀ, ਫਿਰ ਬੇਸਵਾ ਵਾਲੇ ਵੀ ਮੂੰਹ ਕਾਲਾ ਕਰਿਆ। ਅਤੇ ਹੁਣ ਭੈੜਾ ਭੁੱਸ ਪੈ ਗਿਆ, ਕਹਿੰਦੇ ਜੂਆ ਖੇਲੀਏ, ਬਾਜੀ ਲਾਵਾਂਗੇ, ਗੱਫਾ ਮਿਲੇਗਾ, ਫਿਰ ਮੌਜਾਂ ਲੁੱਟਾਂਗੇ। ਇੱਕ ਸ਼ਰਾਬ ਨੇ ਸਾਰੇ ਕੰਮ ਕਰਾ ਦਿੱਤੇ। ਹੁਣ ਤੁਸੀਂ ਜਾਣ ਲਓ ਮਾੜੀ ਹੈ ਕਿ ਚੰਗੀ ਹੈ, ਇਹ ਫੈਸਲਾ ਤੁਸੀਂ ਆਪ ਕਰ ਲਿਓ। ਔਰ ਜਿੱਥੇ ਠੇਕੇ ਆ ਉੱਥੇ ਵੀ ਬੋਰਡ 'ਤੇ ਲਿਖਿਆ ਹੁੰਦਾ ਇਹ ਹਾਨੀਕਾਰਕ ਆ, ਪੀ ਵੀ ਜਾਂਦੇ ਆ। ਇੱਕ ਵਾਰੀ ਬਲੈਤ 'ਚ ਗਏ ਅਤੇ ਉਹ ਖੋਤਾ, ਉਹਦੇ ਗਲ 'ਚ ਬੋਤਲ ਪਾਈ ਹੋਈ। ਮੈਂ ਕਿਹਾ ਵੀ ਸੀਨ ਵਧੀਆ ਬਣਾਇਆ, ਮਤਲਬ ਸੀ ਵੀ ਆਹ ਕੰਮ ਕਰਦੀ ਹੈ। ਸਾਰੇ ਔਗਣਾਂ ਦਾ ਮੂਲ ਹੈ। ਅੱਜ ਸਾਡੇ ਵਿੱਚ ਇਹ ਬਿਮਾਰੀ ਸ਼ਰਾਬ ਤੱਕ ਨਹੀਂ, ਜਿਹੜੀਆਂ 4 ਬੱਜਰ ਕਰੈਤਾਂ ਉਹਦੇ ਵਿੱਚ ਤੰਬਾਕੂ ਜਗਤ ਝੂਠ ਬਾਰੇ ਲਿਖਿਆ ਕਿ ਬੱਜਰ ਕਰੈਤ ਆ। ਇਹਦਾ ਮਤਲਬ ਇਹ ਨਹੀਂ ਕਿ ਬਾਕੀ ਨਸ਼ੇ ਮੁਆਫ ਆ। ਤੰਬਾਕੂ ਦੇ ਅੰਤਰਗਤ ਸਾਰੇ ਨਸ਼ੇ ਆ ਗਏ। ਪ੍ਰਸ਼ਾਦ ਵਾਲਿਆ ਤੂੰ ਹੁਣ ਥੋੜ੍ਹਾ ਜਿਹਾ ਸਬਰ ਕਰ ਲਾ, ਜਾਂ ਤਾਂ ਇਹਨਾਂ ਨੂੰ ਕੜਾਹ ਖੜਾ ਲਾ ਅਤੇ ਜਾਂ ਕਥਾ ਸੁਣਾ ਲਾ। 2 ਗੱਲਾਂ ਨਹੀਂ ਹੋਣੀਆਂ। ਕਥਾ ਸੁਣਨੀ ਹੈ ਫਿਰ ਸ਼ਬਦ ਨਾ ਜੁੜੋ, ਉਸ ਵੇਲੇ ਫਿਰ ਇਹ ਜਿਹਾ ਨਹੀਂ। ਇੱਥੇ ਤਾਂ ਠੰਡ ਠੁਰ ਕੇ ਆਉਣਾ ਅਤੇ ਆਪਣੇ ਉਧਰ ਤਾਂ ਪਾਣੀ ਲੈ ਕੇ ਤੁਰ ਪੈਂਦੇ। ਮੈਂ ਕਿਹਾ 8-8 ਮਹੀਨੇ ਘੇਰਾ ਪਿਆ ਰਹਿੰਦਾ ਸੀ। ਉਹ ਤਾਂ ਧਰਮ ਯੁੱਧ, ਗੁਰਦੁਆਰੇ ਬੈਠੇ ਇਹਨਾਂ ਨੂੰ ਬਹੁਤ ਛੇਤੀ ਪਿਆਸ ਲੱਗ ਜਾਂਦੀ ਹੈ। ਫਿਰ ਝੂਠ ਸੋਚਦਾ, ਕੋਈ ਖਿਆਲ ਨਹੀਂ ਰਹਿੰਦਾ। ਇਸ ਵਾਸਤੇ ਪੰਗਤ ਨੂੰ ਪੰਗਤ ਬਣਾਓ, ਸੰਗਤ ਨੂੰ ਸੰਗਤ ਬਣਾਓ। ਜਿਹੜੇ ਪੰਗਤ ਬਣਦੀ ਹੈ, ਹੁਣ ਤਾਂ ਆਪਾਂ ਕੰਮ ਛੱਡੇ ਹੀ ਦਿੱਤੇ ਨਾ, ਅਮੀਰ ਜ਼ਿਆਦਾ ਬਣ ਗਏ, ਪੰਗਤ ਦੀ ਰੀਤੀ ਛੱਡੀ ਜਾਂਦੇ ਹਾਂ। ਇਸ ਗੁਰਦੁਆਰੇ ਮੋਰਚਾ ਵੀ ਲੱਗਾ ਸੀ, ਬੜੀ ਦੇਰ ਬਾਅਦ ਸਫਲ ਹੋਏ। ਪਹਿਲਾਂ ਸ਼ਬਦ ਪੜ੍ਹਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਫਿਰ ਤੇ ਚਿਰਮੂਲ ਨਾ ਥੋੜੀ ਦੋ ਜੇ ਚਿਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਫਿਰ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਏ। ਆਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ।
ਫਿਰ 5 ਵਾਰੀ ਮੂਲ ਮੰਤਰ ਪੜ੍ਹਨਾ, 5 ਵਾਰੀ ਗੁਰਮੰਤਰ, ਫਿਰ ਜੈਕਾਰਾ ਛੱਡਣਾ, ਫਿਰ ਦੇਖਣਾ ਪੰਗਤ ਵਿੱਚ ਕੋਈ ਪੂਜਨੀਕ ਬਜ਼ੁਰਗ ਸਿਆਣਾ ਪਹਿਲਾਂ ਮੁੱਖ ਵਿੱਚ ਗਰਾਹੀ ਪਾਵੇ, ਫਿਰ ਸ਼ੁਰੂ ਕਰਨਾ। ਹੁਣ ਇਹਦੀ ਆਪਾਂ ਨੂੰ ਲੋੜ ਨਹੀਂ, ਕਿਉਂਕਿ ਸਾਡਾ ਆਪਣਾ ਹੀ ਸਾਰਾ ਕੰਮ ਹੈ ਨਾ। ਆਪੇ ਰਜੀ ਪੁਜੀ ਆਪੇ ਤੇਰੇ ਬੱਚੇ ਜੀਣ, ਇਹ ਸਾਡਾ ਹਾਲ ਹੋਇਆ ਹੈ। ਪੰਗਤ ਦੀ ਮਰਜ਼ਾਦਾ ਵੀ ਗਈ ਹੈ। ਫੇਰ ਛਕਣਾ, ਪੰਗਤ ਵਿੱਚ ਪਹਿਲਾਂ ਸੰਗਤ ਬਣੀ, ਜਿਲੇ ਸ਼ਬਦ ਆਇਆ ਤੇ ਜਿਲੇ ਫਿਰ ਲੰਗਰ ਛਕਿਆ ਉਹ ਪੰਗਤ ਵਾਲੀ ਬਣ ਗਈ। ਗੁਰੂ ਘਰ 'ਚ ਕਥਾ ਵਾਰਤਾ ਸੁਣੀ, ਅਰਦਾਸ ਹੋ ਗਈ, ਬਾਗ ਸੁਣਿਆ, ਫਿਰ ਪ੍ਰਸ਼ਾਦ ਬਣਾਇਆ, ਫਿਰ ਸੰਗਤ ਜਿਹੜੀ ਸੀ ਪੰਗਤ ਦੇ ਰੂਪ 'ਚ ਬਦਲ ਗਈ। ਭੇਦ ਆ ਨਾ, ਪਰ ਹੁਣ ਮਰਜ਼ਾਦਾ ਸਾਰੀ ਆਪਾਂ ਛੇਕੇ ਢੰਗ ਦਿੱਤੀ ਹੈ। ਅਕਲ ਵਾਲੇ ਬਹੁਤ ਬਣ ਗਏ, ਪਰ ਅਕਲ ਦੀ ਗੱਲ ਇਹ ਹੁੰਦੀ ਹੈ, ਆਪਾਂ ਦੀਵਾ ਬਾਲਦੇ ਹਾਂ, ਜੇ ਤਾਂ ਘਿਓ ਬੱਤੀ ਦੇ ਥੱਲੇ ਰਹੇ ਇਹ ਤਾਂ ਦੀਵਾ ਜਗਦਾ ਪ੍ਰਕਾਸ਼ ਦਿੰਦਾ, ਅਤੇ ਜੇ ਘਿਓ ਬੱਤੀ ਦੇ ਉੱਪਰ ਚੱਲ ਜਾਏ ਬੁੱਝ ਜਾਂਦਾ ਕਿ ਪ੍ਰਕਾਸ਼ ਕਰਦਾ। ਜੇ ਤਾਂ ਗੁਰੂ ਮਹਾਰਾਜ ਦੀ ਬਾਣੀ ਤੋਂ ਸਮੱਤ ਲੈ ਕੇ ਚੱਲਾਂਗੇ ਫਿਰ ਤਾਂ ਅੰਦਰ ਸਾਡੇ ਹੋਊਗਾ ਪ੍ਰਕਾਸ਼, ਅਤੇ ਜੇ ਗੁਰੂ ਦੀ ਮੱਤ ਛੱਡ ਕੇ ਨਾ ਆਪ ਚਤਰਾਈ ਕਰੋਗੇ ਫਿਰ ਹਨੇਰਾ ਹੀ ਹਨੇਰਾ। ਤਾਂ ਹੀ ਮਹਾਰਾਜ ਨੇ ਕਿਹਾ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਚਤਰਾਈ ਨਾ ਚਤਰਭੁਜ ਪਾਈ ਹੈ, ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਅਫਲਾਤੂ ਦੀ ਕਹਾਣੀ ਕਈ ਵਾਰੀ ਸੁਣੀ ਹੋਣੀ ਤੁਸੀਂ, ਗਿਆਨੀ ਧਿਆਨੀ ਆਉਂਦੇ ਹੀ ਰਹਿੰਦੇ ਆ। ਅਫਲਾਤੂ ਨੇ ਦੇਖਿਆ ਵੀ ਹੁਣ ਮੈਂ ਬਚਣਾ ਨਹੀਂ, ਹੁਣ ਮਸਾਲੇ ਦੇ ਆਪਣੇ ਵਰਗੇ ਇਨ ਵਿਨ ਅਫਲਾਤੂ ਬਣਾ ਕੇ ਵਿੱਚ ਲਿਟ ਗਿਆ। ਯਮਰਾਜ ਧਰਮਰਾਜ ਕਹਿਣ ਲੱਗਾ ਅਫਲਾਤੂ ਨੂੰ ਲਿਆਓ। ਜੇ ਲਿਆਉਣ ਉੱਥੇ ਕਹੀਏ ਅਫਲਾਤੂ ਪਛਾਣੇ ਹੀ ਨਾ, ਕਹਿੰਦੇ ਮਹਾਰਾਜ ਤੂੰ ਉੱਥੇ ਦਾ ਕਹੀਏ ਅਫਲਾਤੂ, ਪਤਾ ਨਹੀਂ ਲੱਗਦਾ ਲਿਆਈਏ ਕਿਹਨੂੰ। ਕਹਿੰਦੇ ਉੱਥੇ ਜਾ ਕੇ ਕਿਉਂ ਲੈਵੇ, ਜਿਹੜਾ ਚਿੱਤਰਕਾਰ ਬੜਾ ਸਿਆਣਾ ਆ, ਜੇ ਉਹ ਹੁੰਦਾ ਤੇ ਆ ਨੱਕ ਵਿੱਚ ਥੋੜ੍ਹਾ ਜਿਹਾ ਨੁਕਸ ਰਹਿ ਗਿਆ ਸੀ, ਉਹਨੂੰ ਦੱਸ ਦੇ ਤੇ ਦੁਬਾਰਾ ਨੁਕਸ ਕੱਢ ਦਿੰਦਾ। ਤੇ ਬੰਦਾ ਹੁਣ ਹੰਕਾਰ ਨਾ ਭਰਿਆ, ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ। ਉਹ ਜਿਹੜੇ ਜਮਰਾਜਾ ਦੇ ਦੂਤ ਆ ਗਏ ਉਹਨੇ ਇਹ ਗੱਲ ਕਹੀ, ਕਹਿੰਦੇ ਕਿਉਂ ਬਕਵਾਸ ਕਰਦੇ ਆ, ਮੈਂ ਇੰਨੀ ਮਿਹਨਤ ਕੀਤੀ, ਕਿੱਥੇ ਨੁਕਸ ਆ? ਕਹਿੰਦੇ ਹਾਂ ਹੀ ਨੁਕਸ ਜਿਹੜਾ ਲੁਕਿਆ ਬੈਠਾ ਸੀ। ਗੱਜ ਕੇ ਬੋਲੋ ਆ ਜਾ, ਤੁਹਾਨੂੰ ਫੜ ਲਿਆ। ਸਾਡੀ ਹਾਲਤ ਵੀ ਇਹੀ ਹੋਣੀ ਆ। ਜਿਹੜੇ ਬਹੁਤੀ ਚਿਤਰਾਈ ਘੁੱਟਦੇ ਨਾ, ਉੱਥੇ ਨਹੀਂ ਚੱਲਦੀ ਚਿਤਰਾਈ, ਇਹ ਤਾਂ ਇੱਥੇ ਹੀ ਹੈ ਹੇਰਾ ਫੇਰੀ। ਉੱਥੇ ਤਾਂ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਨ ਮਨ ਕੂੜਿਆਰ ਮੋਹ ਕਾਲੇ, ਦੋਜਕ ਚੱਲਿਆ। ਉਹ ਕਹਿੰਦੇ ਵੀ ਉੱਥੇ ਮੂੰਹ ਕਾਲਾ ਕਰਨਗੇ, ਉਹ ਫਿਰ ਆਪੇ ਹੀ ਆਹ ਮਹਿੰਦੀ ਮੁੰਦੀ ਜੇ ਬਸਮਾਂ ਜਿਹਾ ਲਾ ਲੈਂਦੇ, ਅਤੇ ਫਿਰ ਵੀ ਕਰਾਉਣਾ ਹੀ ਆਪਾਂ ਪਹਿਲਾਂ ਹੀ ਕਰ ਲਈਏ, ਐਵੇਂ ਉਹਨਾਂ ਨੂੰ ਵਿਚਾਰਿਆਂ ਨੂੰ ਖੇਚਲ ਕਰਨੀ ਪਊਗੀ। ਇੱਧਰ ਨੂੰ ਤੁਰ ਪਿਆ ਸੰਸਾਰ ਪੁੱਠੇ ਪਾਸੇ ਨੂੰ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇੱਕ ਸ਼ਰਾਬ ਨੇ ਉਹ ਸਾਰੇ ਔਗਣ ਜਿਹੜੇ ਸੀ ਕਰਵਾ ਦਿੱਤੇ। ਆ ਘਰਾਂ 'ਚ ਕਲਾ ਕਲੇਸ਼, ਪੈਸੇ ਦੀ ਬਰਬਾਦੀ, ਕਰਜ਼ਾ, ਰੋਟੀ ਪਾਣੀ ਖਾਣ ਨਾ, ਕੱਪੜੇ ਪਹਿਨਣ ਨਾ, ਕਰਜਾਈ ਨਹੀਂ ਕੋਈ ਹੁੰਦਾ। ਇਹ ਨਸ਼ੇ ਕਰਦੇ ਆ, ਬੇਸ਼ੇ ਕਰਦੇ ਆ। ਮਕਾਨ ਵੀ ਇੱਕ ਵਾਰੀ ਬਣਾ ਲਿਆ, ਰੋਜ਼ ਤਾਂ ਬਣਾਉਣੇ ਨਹੀਂ ਪੈਂਦੇ, ਪਰ ਸੰਸਾਰ ਰੁੜਿਆ ਜਾ ਰਿਹਾ। ਇੱਕ ਨਵਾਂ ਹੋਰ ਨਿਕਲਿਆ, ਉਹਦਾ ਨਾਂ ਹੀ ਨਹੀਂ ਚਿੱਟਾ ਰੱਖਿਆ ਹੋਇਆ, ਹੈਗਾ ਕਾਲਾ। ਉਹ ਮਾਈਆਂ ਪ੍ਰਸ਼ਾਦੇ ਲਪੇਟਦੀ ਨਾ ਪੇਪਰ ਜਿਹਾ 'ਚ, ਉਹ 'ਤੇ ਰੱਖ ਲੈਂਦੇ ਆ, ਥੱਲੇ ਫਿਰ ਸੇਕ ਦਿੰਦੇ ਆ, ਉਹ ਧੂੰਆਂ ਨਿਕਲਦਾ, ਉਹ ਨਾਸਾਂ ਨੂੰ ਚੜ੍ਹਾਉਂਦੇ ਆ।
ਇੱਕ ਤਾਂ ਰੱਬ ਦੇ ਪਾਗਲ ਕੀਤੇ ਆ, ਇੱਕ ਆਪ ਪਾਗਲ ਹੋ ਰਿਹਾ। ਤੇ 4-4 ਹਜ਼ਾਰ ਦਾ ਚਿੱਟਾ, ਉਹਦਾ ਰੋਜ਼ ਧੂੰਆਂ। ਤੇ ਤੁਸੀਂ ਦੱਸੋ ਇਹ ਕੌਮ ਉਜੜੇਗੀ ਕਿ ਬਸੇਗੀ? ਗੱਲਾਂ ਤੁਸੀਂ ਕਰਦੇ ਆ ਖਾਲਸਾ ਰਾਜ ਦੀਆਂ, ਇਹ ਨੌਜਵਾਨੀ ਇਸ ਪਾਸੇ ਤੁਰੀ ਹੋਈ ਹੈ। ਕਿਨ ਖਾਲਸਾ ਰਾਜ ਬਣਾਉਣਾ? ਜਿਹਨੇ ਖਾਲਸਾ ਰਾਜ ਬਣਾਇਆ ਨਾ, ਮਹਾਰਾਜ ਰਣਜੀਤ ਸਿੰਘ, ਬੰਦਾ ਬਹਾਦਰ। ਸਾਧੂ ਕਮਰ ਕਸੀ ਤੇਰੀ ਦੇਖੀ, ਕਬਹੂ ਨਾ ਸੁਸਤੀ ਮੁਖ ਪਰ ਪੇਖੀ। ਹੁਣ ਅੱਜ ਕੱਲ੍ਹ ਪੜ੍ਹਾਕੂ ਅਸੀਂ ਪੜ੍ਹੇ ਤੋਤੇ ਤਾਂ ਬਹੁਤ ਬਣ ਗਏ। ਉਹ ਚਾਹੀ ਅਨਪੜ੍ਹ ਸੀ ਮਹਾਰਾਜ ਰਣਜੀਤ ਸਿੰਘ, ਪਰ ਮਹਾਂਪੁਰਖਾਂ ਦੀ ਅਸ਼ੀਰਵਾਦ ਨਾਲ, ਤਲਵਾਰ ਦੇ ਜ਼ੋਰ ਨਾਲ, ਸੂਰਬੀਰਤਾ ਬਹਾਦਰੀ ਨਾਲ 1,25,000 ਵਰਗ ਮੀਲ ਲੰਬਾ ਰਾਜ ਬਣਾਇਆ। ਹੁਣ ਪੜ੍ਹਾਕੂ ਦਾ ਬਹੁਤ ਹੈ, 2 ਤੇ 2 4 ਜਮ੍ਹਾਂ ਖਰਚ ਲਈ ਤੇ ਤਕੜੇ ਹੈ, ਪਰ ਇਹ ਗੱਲਾਂ ਨਾਲ ਗੱਲਾਂ ਬਣਨ ਵਾਲੀਆਂ ਨਹੀਂ ਹੁੰਦੀਆਂ। ਸ਼ਾਸਤਰਨ ਕੇ ਅਧੀਨ ਹੈ ਰਾਜ। ਅੱਜ ਅਸੀਂ ਸ਼ਾਸਤਰ ਇੱਕ ਪ੍ਰਦਰਸ਼ਨੀ ਬਣਾ ਲਿਆ। ਆ ਗੱਤਕਾ ਖੇਲਦੇ ਆ, ਪਟੇਬਾਜ਼ ਇੱਕ ਵਿੱਦਿਆ ਹੁੰਦੀ ਹੈ, ਇੱਕ ਸੂਰਮੇ ਵਾਲੀ ਹੁੰਦੀ ਹੈ। ਪਟੇਬਾਜ਼ ਤਾਂ ਹੁੰਦਾ ਨਾ ਇੱਕ ਮਨੋਰੰਜਨ, ਸੂਰਮਿਆਂ ਦਾ ਹੁੰਦਾ ਮੈਦਾਨ ਫਤਿਹ ਕਰਕੇ, ਰਣ ਭੂਮੀ ਵਿੱਚ ਕੋ ਮੋਰਚਾ ਫਤਿਹ ਕਰਕੇ ਝੰਡਾ ਚਲਾਉਣਾ, ਗੱਜ ਕੇ ਬੋਲੋ। ਇਸ ਵਾਸਤੇ ਮਹਾਰਾਜ ਨੇ, ਬੰਦਾ ਬਹਾਦਰ ਨੇ ਮੋਹਰ ਜਾਰੀ ਕੀਤੀ। ਉਹ ਮੋਹਰ ਹੈਗੀ ਆ, ਹਲੇ ਗੁਆਚੀ ਨਹੀਂ ਹੈਗੀ ਹੈ। ਉਹਦੇ ਅੱਖਰ ਸੀ ਇੱਕ ਓੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇੱਕ ਹੈ, ਸ਼੍ਰੀ ਸਾਰਿਆਂ ਦਾ ਸ਼੍ਰੋਮਣੀ, ਓੰਕਾਰ ਪ੍ਰਕਾਸ਼ ਰੂਪ, ਉਹਦੀ ਫਤਿਹ ਹੈ। ਤੇ ਅੱਜ ਕੱਲ੍ਹ ਹੁੰਦਾ ਅਸੀਂ ਜੀ ਮਤਾ ਪਾਸ ਕੀਤਾ। ਉਹ ਮੈਨੂੰ ਕਈ ਵਾਰੀ ਸੱਦ ਲੈਂਦੇ, ਅਸੀਂ ਜੀ ਇੰਨੇ ਮਤੇ ਲਿਖੇ ਹੋਏ, ਇੰਨੇ ਪਾਸ ਕਰਨੇ। ਮੈਂ ਕਿਹਾ ਇਹਨਾਂ 'ਚੋਂ ਇੱਕ ਵੀ ਪਾਸ ਨਹੀਂ ਹੋਣਾ। ਕਹਿੰਦੇ ਗੱਲ ਕੀ? ਮੈਂ ਕਿਹਾ ਮਤੇ ਨਾ ਗੁਰੂ ਸ਼ਬਦ ਇਹ ਹੈ ਨਹੀਂ, ਇਹ ਤੁਹਾਡੇ ਮਤੇ ਆ, ਗੁਰਮਤਾ ਨਹੀਂ ਹੈ। ਜਦ ਗੁਰੂ ਅਖਰੇ ਨਾਲ ਹੈ ਨਹੀਂ, ਇਹਨਾਂ ਮਤਿਆਂ 'ਚੋਂ ਅੱਜ ਤੀ ਕੀ ਲੱਜਿਆ ਤੇ ਗਾਹਾਂ ਕੀ ਲੱਜਣਾ? ਗੱਜ ਕੇ ਬੋਲੋ। ਗੁਰੂ ਅਖਰੇ ਨਾਲੋਂ ਲਾਤਾ, ਆਪਣੀ ਮਤ ਬਣਾ ਲਈ ਮੂਹਰੇ। ਤੇ ਤਾਂ ਗੁਰਮਤਾ ਹੋਵੇ ਫਿਰ ਤਾਂ ਗੁਰੂ ਸਹਾਇਤਾ ਕਰੇ, ਤੇ ਜਦ ਆਪਣਾ ਮਤਾ ਬਣਾ ਲਿਆ, ਗੁਰੂ ਦਾ ਨਾਂ ਹੀ ਕੱਢ ਦਿੱਤਾ, ਆਪੇ ਗੁਰੂ ਬਣ ਕੇ ਬਹਿ ਗਏ। ਤੇ ਮਤਿਆਂ 'ਚੋਂ ਅੱਜ ਕੱਲ੍ਹ ਨਿਕਲਿਆ ਕੁਝ, ਜਾਂ ਗਾਹਾਂ ਨਿਕਲਣਾ ਇਹਨਾਂ 'ਚੋਂ? ਬਸ ਸਪੀਚ ਕਰ ਦਿੱਤੀ, ਅਨਾਊਂਸਮੈਂਟ ਹੋ ਗਿਆ, ਮੁੜ ਕੇ ਕੁਝ ਨਹੀਂ ਅੱਜ ਤੀ ਮਿਲਿਆ ਮਿਲਾਇਆ। ਭੁੱਬਲ ਫੁਰਲ ਕੇ ਆ ਗਏ। ਇਸ ਵਾਸਤੇ ਕੋਈ ਕਿਸੀ ਕੋ ਰਾਜ ਨ ਦੈ ਹੈ, ਜੋ ਲੈ ਹੈ ਨਿਜ ਬਲ ਕਰ ਲੈ ਹੈ। ਫਿਰ ਅੱਗੇ ਆ ਗਿਆ ਦੇਗ ਤੇਗ ਫਤਿਹ। ਦੇਗ ਦੀ, ਲੰਗਰ ਦੀ ਤੇ ਤੇਗ ਦੀ ਫਤਿਹ। ਮਹਾਰਾਜ ਤਤੀ ਤਵੀ ਤੇ ਬੈਠੇ ਤੇ ਤਲਵਾਰ ਦੇਗ ਵਿੱਚ, ਉਬਲੇ ਤੇ ਲੰਗਰ। ਇਹ ਤਲਵਾਰ ਤੇ ਲੰਗਰ ਜਿਹੜਾ, ਇਹ ਮੁਫਤ ਨਹੀਂ ਸ਼ੁਰੂ ਹੋਇਆ, ਬੜੀ ਭਾਰੀ ਬਲੀ ਤੇ ਕੁਰਬਾਨੀ ਦੇਣੀ ਪਈ ਹੈ। ਆ ਬਾਕੀ ਵੀ ਹੈਗੇ ਆ, ਮੰਦਰ ਆ, ਮਸੀਤਾਂ ਆ, ਪਗੋਡੇ ਆ, ਗਿਰਜੇ ਆ, ਕੋਈ ਹੈਗਾ ਲੰਗਰ? ਇਹ ਕੁਰਬਾਨੀ ਨਾਲ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ। ਦੇਗ ਤੇਗ ਫਤਿਹ, ਨੁਸਰਤ ਵੇਦ ਰੰਗ, ਬੇ ਮੈਨੇ ਬਿਨਾ, ਦਰੰਗ ਮੈਨੇ ਦੇਰੀ, ਨੁਸਰਤ ਮੈਨੇ ਕੁਮਕ, ਸਹਾਇਤਾ ਦਾ ਪ੍ਰਾਪਤ ਹੋਣਾ। ਜ਼ਾਫਤਜ਼ ਨਾਨਕ ਸ਼੍ਰੀ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਜੀ ਸਹਾਏ।
ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਅਕਾਲ ਪੁਰਖ ਦੀ ਸਹਾਇਤਾ ਦੇ ਨਾਲ ਦੇਗ ਤੇਗ ਦੀ ਫਤਿਹ ਹੋਏਗੀ। ਤੁਹਾਨੂੰ ਬੜੀ ਜਲਦੀ ਸਹਾਇਤਾ ਪ੍ਰਾਪਤ ਹੋਵੇਗੀ। ਇਹ ਬੰਦੇ ਬਹਾਦਰ ਨੇ ਲੋਹਗੜ੍ਹ ਰਾਜਧਾਨੀ ਬਣਾ ਕੇ ਇਹ ਸਿੱਕਾ ਜਾਰੀ ਕੀਤਾ ਸੀ। ਸੋ ਇਸ ਵਾਸਤੇ ਅੱਜ ਅਸੀਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ। ਉਹ ਜਿਵੇਂ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਨਾ ਘਰੋਂ ਗਏ ਸੀ ਫਰੰਗੀ ਨੇ ਮਾਰਨੇ ਨੂੰ, ਸਗੋਂ ਚਾਬੀਆਂ ਹੱਥ ਫੜਾ ਆਏ। ਗਏ ਤਾਂ ਅਸੀਂ ਉਹਨਾਂ ਨੂੰ ਚਾਬੀਆਂ ਦੇ ਪੇ ਲਓ ਮਹਾਰਾਜ ਸਾਂਭੋ, ਅਸੀਂ ਵੀ ਤੁਰ ਪੈਂਦੇ ਕਿਸੇ ਕੰਮ ਨੂੰ। ਅੱਧੇ ਉੱਧਰ ਤੁਰ ਜਾਂਦੇ, ਅੱਧੇ ਉੱਧਰ ਤੁਰ ਜਾਂਦੇ। ਕਦੀ ਇਕੱਠੇ ਹੋ ਕੇ ਤੁਰੇ, ਜੇ ਤਾਂ ਉੜਕ ਤੱਕ ਬਣਿਆ ਰਹੇ ਫਿਰ ਸਫਲਤਾ ਵੀ ਮਿਲ ਜਾਂਦੀ ਹੈ। ਸੋ ਇਸ ਵਾਸਤੇ ਇਹ ਮਾਨਸ ਜਨਮ, ਇਹ ਖਾਲਸੇ ਦਾ ਹਮੇਸ਼ਾ ਹੀ ਯੁੱਧ ਜਾਰੀ ਰਹਿੰਦਾ। ਕਈ ਕਹਿੰਦੇ ਗੁਰਦੁਆਰਿਆਂ 'ਚ ਲੜਾਈ ਹੋਈ ਜਾਂਦੀ ਜੀ, ਗੁਰਦੁਆਰਿਆਂ 'ਚ ਕੀ ਜਾਈਏ। ਮੈਂ ਕਿਹਾ ਗੁਰਦੁਆਰਿਆਂ 'ਚ ਲੜਾਈ ਤੁਸੀਂ ਰੱਖ ਕੇ ਜਾਂਦੇ ਆ, ਆਪਣੇ ਸਾਰੇ ਘਰ ਦੀ ਕਲਾ ਗੋਲਕ ਦੇ ਵਿੱਚ ਪਾ ਜਾਂਦੇ ਆ। ਗੁਰਦੁਆਰੇ ਫੇਰ ਤਕੜੇ ਆ ਜਿਹੜੇ ਸਾਂਭ ਲੈਂਦੇ ਆ ਸਾਰੀ ਲੜਾਈ ਗੁਰਦੁਆਰੇ ਰੱਖ ਜਾਂਦੇ ਲਿਆ ਕੇ। ਫਿਰ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਚੰਗੇ ਆ, ਬਚਾ ਰੱਖਦੇ ਆ। ਤੇ ਨਾਲੇ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਸੇ ਮੰਗਾ। ਜੇ ਅਸੀਂ ਆਪਣੇ ਵਿੱਚ ਨਾ ਕਰਾਂਗੇ ਤੇ ਬਾਹਰ ਕਿਵੇਂ ਕਰਾਂਗੇ? ਪ੍ਰੈਕਟਿਸ ਤਾਂ ਕਰਨੀ ਪੈਂਦੀ ਹੈ। ਇਹ ਕੋਈ ਭੇਡਾਂ ਦਾ ਪੰਥ ਥੋੜ੍ਹੀ ਹੈ। ਸ਼ੇਰ ਦੇ ਬੱਚੇ ਕਲੋਲ ਕਰਦੇ, ਇੱਕ ਦੂਜੇ ਪਹੁੰਚੇ ਮਾਰਦੇ ਆ, ਫੇਰ ਹੀ ਸ਼ਿਕਾਰ ਖੇਲਣਗੇ। ਇਹ ਖਾਲਸਿਆਂ ਦਾ ਪੰਥ ਹੈ ਤੇ ਕਈ ਡਰ ਜਾਂਦੇ ਆ, ਇਹ ਤਾਂ ਬਈ ਵੀ ਇਵੇਂ ਕਿਵੇਂ ਆ। ਮੈਂ ਕਿਹਾ ਇੱਥੇ ਤਾਂ ਇਵੇਂ ਹੀ ਚੱਲਦਾ ਰਹਿਣਾ, ਇਹ ਤਾਂ ਚੱਲਦਾ ਹੀ ਰਹਿਣਾ ਖੜਕਾ ਦੜਕਾ। ਘਬਰਾਉਣ ਦੀ ਗੱਲ ਨਹੀਂ, ਸੂਰਮੇ ਬਣਨਾ, ਬਹਾਦਰ ਬਣਨਾ। ਇਹ ਭੇਡਾਂ ਦਾ ਥੋੜ੍ਹੀ ਹੈ, ਇਹ ਖਾਲਸਿਆਂ ਦਾ ਪੰਥ। ਸੋ ਇਸ ਵਾਸਤੇ ਇਹ ਮਨੁੱਖ ਜਨਮ ਦੀ ਦੁਰਲੱਭਤਾ ਹੈ। ਰਾਜ ਰਿਸ਼ੀਆਂ ਦਾ ਧਰਮ ਹੈ, ਸੰਤ ਸਿਪਾਹੀਆਂ ਦਾ ਮਤ ਹੈ। ਸੰਤ ਵੀ ਬਣਨਾ, ਸਿਪਾਹੀ ਵੀ ਬਣਨਾ। ਹੁਣ ਅੱਜ ਸ਼ੰਕਰਾਚਾਰਜ ਹੋਇਆ, ਬੁੱਧ ਹੋਇਆ, ਮਹਾਂਵੀਰ ਹੋਇਆ, ਇਹਨੇ ਸੰਤ ਬਾਣੀ ਤਾਂ ਗੱਲ ਕੀਤੀ। ਪਰ ਜਦੋਂ ਮੁਗਲ ਚੜ੍ਹ ਕੇ ਆਏ ਤੇ ਸਿੱਧ ਛੱਪ ਬੈਠੇ ਪਰਬਤੀ, ਲੋਕ ਗਏ ਨਾ ਪਹਾੜਾਂ 'ਚ, ਤੇ ਜਿਹੜੇ ਸਿੰਘ ਆ ਉਹ ਥੋੜ੍ਹੀ ਲੁਕਦੇ। ਉਹ ਤਾਂ ਕਹਿੰਦੇ ਆਓ ਬਈ, ਤਿਆਰ ਪਰ ਤਿਆਰ। ਉਹ ਬਰਾਗੀਆਂ ਦਾ ਇੱਕ ਚੇਲਾ ਪਠਾਨ ਬਣ ਗਿਆ ਤੇ ਉਹ ਸਾਰਾ ਲੁੱਟ ਪੁੱਟ ਕੇ ਲੈ ਗਿਆ। ਉਹ ਕਹਿੰਦੇ ਤੂੰ ਤਾਂ ਪਠਾਨ ਸੀ, ਤੂੰ ਤਾਂ ਕੁਝ ਕਰਦਾ। ਉਹ ਕਹਿੰਦਾ ਕਰਨਾ ਕੀ ਸੀ? ਕਹਿੰਦਾ ਜਬ ਹਮ ਹੋਤੇ ਪੂਤ ਪਠਾਨ ਕੇ, ਦੇਤੇ ਦਸਤੇ ਮੋੜ, ਸੰਗਤ ਪਈ ਰਘਨਾਥ ਕੀ ਸਕੇ ਨਾ ਤਿਨਕਾ ਤੋੜ। ਜਿੱਦਣ ਦੇ ਬਰਾਗੀਆਂ ਦੇ ਚੇਲੇ ਬਣ ਗਏ ਨਾ, ਹੁਣ ਨਹੀਂ ਤਿਨਕਾ ਤੋੜਨ ਜੋਗੇ ਰਹੇ। ਜਿਹੜੇ ਪਠਾਨ ਦੇ ਹੁੰਦੇ ਸੀ ਤੇ ਦਸਤਿਆਂ ਦੇ ਦਸਤੇ ਮੋੜ ਦਿੰਦੇ ਹੁੰਦੇ ਸੀ। ਇਸ ਵਾਸਤੇ ਖਾਲਸਿਆਂ ਦਾ ਪੰਥ ਬਣਾਇਆ। ਮਹਾਰਾਜ ਨੂੰ ਕਹਿੰਦੇ ਮਹਾਰਾਜ ਸੰਗਤ ਆਉਂਦੀ ਸੀ, ਰਾਹ 'ਚ ਲੁੱਟ ਲਿਆ, ਖੋਹ ਲਿਆ, ਆਹ ਕਰ ਲਿਆ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਤੁਸੀਂ ਮੈਨੂੰ ਇਹ ਦੱਸਣਾ ਵੀ ਤੁਸੀਂ ਵੀ ਲੁੱਟ ਕੇ ਲਿਆਏ ਉਹਨਾਂ ਨੂੰ। ਰੋਜ਼ ਇਹੋ ਜਿਹੀਆਂ ਗੱਲਾਂ ਦੱਸਦੇ ਮੈਨੂੰ। ਇਹ ਨਹੀਂ ਮਹਾਰਾਜ ਕਹਿੰਦੇ ਮੈਂ ਸੁਣਨੀਆਂ। ਸ਼ਾਸਤਰ ਧਾਰੀ ਬਣੋ, ਤਿਆਰ ਪਰ ਤਿਆਰ ਹੋ। ਜਿਹੜਾ ਤੁਹਾਨੂੰ ਲੁੱਟਣ ਆਉਂਦਾ ਉਹਨੂੰ ਚਾਟਾ ਚੰਗਾ ਛਕਾਓ। ਗੱਜ ਕੇ ਬੋਲੋ। ਅੱਜ ਇੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਨਾ, ਮਾਈਆਂ ਆ ਗਈਆਂ। ਹੁਣ ਤਾਂ ਇਹ ਹੈ ਨਾ ਜਿਵੇਂ ਬੁੱਢੀਆਂ ਮਕਾਣੀ ਬੈਠੀਆਂ ਹੁੰਦੀਆਂ, ਉੱਥੇ ਜੇ ਧਰਨੇ 'ਤੇ ਬੈਠੇ। ਮੈਂ ਕਿਹਾ ਧਰਨੇ 'ਤੇ ਕੁਕੜੀਆਂ ਬੱਤਕਾਂ ਬਹਿੰਦੀਆਂ ਹੁੰਦੀਆਂ, ਕਦੀ ਖਾਲਸੇ ਵੀ ਧਰਨੇ 'ਤੇ ਬਹਿੰਦੇ ਹੁੰਦੇ। ਸ਼ੇਰ ਆ ਕਿਹੜਾ ਰਿਵਾਜ ਤੁਰ ਪਿਆ? ਉਹ ਆਂਡਿਆਂ ਨੂੰ ਗਰਮੈਸ਼ ਦੇ ਕੇ ਚੂਚੇ ਕੱਢਦੀਆਂ ਨਾ। ਖਾਲਸਿਆਂ ਦਾ ਨਹੀਂ ਕੰਮ ਇਹ, ਉਹ ਤਾਂ ਸੂਰਬੀਰਤਾ ਨੂੰ। ਅਖੇ ਜੀ ਬੇਅਦਬੀ ਹੋ ਗਈ। ਮੈਂ ਕਿਹਾ ਵੀ ਪਿੰਡ
ਮੁਸਲਮਾਨਾਂ ਦਾ ਸੀ, ਈਸਾਈਆਂ ਦਾ ਸੀ, ਅਖੇ ਪਿੰਡ ਤਾਂ ਸਿੱਖਾਂ ਦਾ ਸੀ। ਕਿੰਨੇ ਜਣੇ ਬੇਅਦਬੀ ਕਰਨ ਆਏ ਸੀ? ਕੋਈ ਹਮਲਾਵਰ ਹੋ ਕੇ ਆਏ ਸੀ ਜਾਂ ਕਿਵੇਂ? ਅਖੇ ਨਹੀਂ, ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਗਿਆ ਜੀ, ਬੇਅਦਬੀ ਕਰਤੀ। ਮੈਂ ਕਿਹਾ ਫਿਰ ਪਿੰਡ ਸਿੱਖਾਂ ਦਾ ਨਹੀਂ, ਖੁਸਰਿਆਂ ਦਾ ਸੀ। ਖੁਸਰੇ ਸੀ ਉੱਥੇ। ਸ਼ੇਰ ਇਕੱਲਾ ਜੰਗਲ ਵਿੱਚ ਹੁੰਦਾ, ਸਾਰੀ ਬਨਚਰ ਥਰ ਥਰ ਕੰਬਦੀ ਹੈ। ਹਾਥੀ ਪਹਾੜ ਜਿੱਡਾ ਜਾਨਵਰ, ਹਜ਼ਾਰਾਂ ਹਾਥੀ ਹੋਣ, ਇੱਕ ਸ਼ੇਰ ਜਿਹੜੇ ਬੁੱਬ ਮਾਰਦਾ, ਚੀਕ ਚਿਹਾੜਾ ਪਾਉਂਦੇ ਹਾਥੀ ਦੌੜੇ ਜਾਂਦੇ ਆ। ਸਿੰਘ ਇੱਕ ਪਿੰਡ 'ਚ ਹੋਵੇ ਤੇ ਜ਼ਰੂਰਤ ਪੈ ਜਾ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲਿਜਾਣ ਦੀ ਜਾਂ ਬੇਅਦਬੀ ਕਰਨ ਦੀ, ਸਿੰਘਾਂ ਵਾਲੀ ਭਵਕ ਖਤਮ ਹੋ ਗਈ ਨਾ। ਉਹ ਭਵਕ ਖਤਮ ਹੋ ਗਈ। ਉਹ ਸ਼ੇਰ ਇੱਕ ਤਾਂ ਹੁੰਦਾ ਸਰਕਸ ਦਾ, ਇੱਕ ਹੁੰਦਾ ਜੰਗਲ ਦਾ। ਉਹ ਜਿਹੜਾ ਸਰਕਸ ਦਾ ਨਾ ਅਧਮੋਇਆ ਜਿਹਾ ਕੀਤਾ ਹੁੰਦਾ, ਬਿਜਲੀ ਦਾ ਕਰੰਟ ਦੇ ਦੇ, ਉਹਨੂੰ ਬੱਬ ਕੀ ਮਾਰਨੀ ਹੈ। ਹੁਣ ਤਾਂ ਇਹੋ ਜਿਹਾ, ਹੁਣ ਕਈ ਜਗ੍ਹਾ ਦੇ ਮੂਹਰੇ ਵੀ ਸ਼ੇਰਾਂ ਦੇ ਬੁੱਤ ਬਣਾ ਕੇ ਰੱਖਤੇ। ਅਤੇ ਜੇ ਤੁਸੀਂ ਖਾਲਸੇ ਸ਼ੇਰ ਆ ਤਾਂ ਫਿਰ ਤੁਹਾਨੂੰ ਆ ਪੱਥਰ ਦੇ ਬੁੱਤਾਂ ਦੀ ਕੀ ਲੋੜ ਆ। ਇਹ ਬੁੱਤਖਾਨਿਆਂ ਦਾ ਰਿਵਾਜ਼ ਬੜਾ ਚੱਲ ਪਿਆ। ਕੋਈ ਮਰ ਜਾਂਦਾ ਲੀਡਰ, ਕੋਈ ਇਹਦੀ ਜੀ ਫੋਟੋ ਲਾ ਦਿੱਤੀ ਉੱਥੇ ਅਜਾਇਬ ਘਰ 'ਚ। ਜਿਹੜੀਆਂ ਗੱਲਾਂ ਤੋਂ ਰੋਕਿਆ ਸੀ ਉੱਧਰ ਨੂੰ ਅਸੀਂ ਤੁਰ ਪਏ ਹਾਂ। ਬੁੱਤ ਪ੍ਰਸਤੀ ਇੰਨੀ ਵੱਧ ਗਈ, ਐਡਾ ਬੁੱਤਖਾਨਾ ਬੜਾ ਬਣਾ ਤਾ। ਮਰ ਜਾਂਦਾ, ਉਹਦਾ ਜੀ ਉੱਥੇ ਫੋਟੋ ਲਾ ਦਿੱਤੀ। ਫੋਟੋ ਲਾ ਕੇ ਕੀ ਬਹਾਦਰੀ ਕੀਤੀ? ਜਾਂ ਤਾਂ ਉਹਦੇ ਨਾਂ 'ਤੇ ਕੋਈ ਇੰਜੀਨੀਅਰ ਕਾਲਜ ਖੋਲ੍ਹ ਦਿਓ, ਮੈਡੀਕਲ ਕਾਲਜ ਖੋਲ੍ਹ ਦਿਓ, ਕੋਈ ਫੈਕਟਰੀ ਲਾ ਦਿਓ, ਗਰੀਬ ਰੋਟੀ ਖਾਣਗੇ ਮਜ਼ਦੂਰੀ ਕਰਕੇ। ਬਸ ਇੰਨੀ ਕੁ ਦੌੜ ਆ, ਉਹਦੀ ਫੋਟੋ ਲਾਤੀ ਜੀ। ਇਹ 'ਚ ਬਹਾਦਰੀ ਬੜੀ ਸਮਝਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਜਨਮ ਦੀ ਦੁਰਲੱਭਤਾ, ਇਹ ਦੁਰਲੱਭ ਕਿਵੇਂ ਬਣੇਗਾ? ਜੇ ਦੁਰਲੱਭਤਾ ਵਾਲੇ ਕੰਮ ਕਰਾਂਗੇ। ਬਾਬਾ ਦੀਪ ਸਿੰਘ ਜੇ ਮਹਾਨ ਆ, ਕਿਹੜੀ ਚੀਜ਼ ਨਾਲ ਮਹਾਨ ਆ? ਮਹਾਨ ਕੰਮ ਕੀਤਾ। ਬਾਬਾ ਗੁਰਬਖਸ਼ ਸਿੰਘ ਬੰਦਾ ਬਹਾਦਰ, ਉਹ ਮਹਾਨ ਕਿਵੇਂ? ਮਹਾਨ ਕੰਮ ਕੀਤੇ ਉਹਨਾਂ ਨੇ, ਕੰਮ ਕਰਕੇ ਦਿਖਾ ਗਏ। 850 ਸਾਲ ਦੀ ਹਕੂਮਤ ਸੀ ਮੁਗਲਾਂ ਦੀ। ਬੰਦੇ ਬਹਾਦਰ ਨੂੰ ਸਿਰਫ 8 ਸਾਲ ਸਮਾਂ ਮਿਲਿਆ। ਪਹਿਲੀ ਵਾਰੀ ਹਿੰਦੁਸਤਾਨ ਵਿੱਚ ਰੈਵੋਲੂਸ਼ਨ, ਇਨਕਲਾਬ ਆਇਆ, ਖਾਲਸਾ ਰਾਜ ਪੈਦਾ ਕੀਤਾ। ਅਸੀਂ ਕਰਨ ਜੋਗੇ ਤਾਂ ਕੁਝ ਨਾ, ਬਸ ਉਹਦੀ ਨਿੰਦਿਆ ਨੂੰ ਬੜੇ ਤਗੜੇ ਰਹੇ। ਆ ਹੁਣ ਕੁਝ ਹੋਸ਼ ਆਈ ਹੈ। ਹੁਣ ਕਹਿੰਦੇ ਜੀ ਖਾਲਸੇ ਦਾ ਪਹਿਲਾ ਰਾਜਾ ਉਹ ਸੀ। ਗੱਜ ਕੇ ਬੋਲੋ। ਇਹ 300 ਸਾਲ ਬਾਅਦ ਵੀ ਹੋਸ਼ ਆ ਗਈ ਤੇ ਬਹੁਤ ਚੰਗੀ ਗੱਲ ਹੈ। ਅਸੀਂ ਆਪਣੀ ਮਿੱਟੀ ਆਪੇ ਹੀ ਪੁੱਟੀ ਜਾਂਦੇ ਹਾਂ। ਕਿਉਂ? ਵਿਰੋਧੀਆਂ ਨੇ ਤਾਂ ਸਾਡੇ ਵਿਰੁੱਧ ਲਿਖਣਾ ਹੀ ਆ, ਪਰ ਅਸੀਂ ਵੀ ਉਹੀ ਲਕੀਰ ਫੇਰੀ ਗਏ, ਉਹੀ ਗੱਲਾਂ ਕਰੀ ਗਏ ਜਿਹੜੇ ਸਾਡੇ ਦੁਸ਼ਮਣ ਕਰਦੇ ਸੀ। ਇਹ ਮਨੁੱਖ ਜਨਮ ਦੁਰਲੱਭ ਕਿਵੇਂ ਰਹੇਗਾ? ਇਹ ਨਸ਼ਿਆਂ ਨਾਲ ਦੁਰਲੱਭ ਹੋਏਗਾ, ਇਹ ਦੇਵੀਓ ਫੈਸ਼ਨਾਂ ਨਾਲ ਦੁਰਲੱਭ ਬਣੇਗਾ, ਇਹ ਨਾਚ ਮੁਜਰੇ ਡਾਂਸ ਭੰਗੜਿਆਂ ਨਾਲ ਦੁਰਲੱਭ ਬਣੇਗਾ। ਕਿਵੇਂ ਦੁਰਲੱਭ ਬਣੇਗਾ? ਦੁਰਲੱਭ ਸ੍ਰੇਸ਼ਟ ਕਰਮ ਕਰਨੇ ਪੈਣੇ ਆ, ਨਸ਼ੇ ਛੱਡਣੇ ਪੈਣੇ ਆ, ਬਕਾਰ ਛੱਡਣੇ ਪੈਣੇ ਆ, ਡਾਂਸ ਨਾਚ ਮੁਜਰੇ ਭੰਗੜੇ ਛੱਡਣੇ ਪੈਣੇ ਆ। ਜੋ ਗੁਰੂ ਮਹਾਰਾਜ ਨੇ ਸ਼ਸਤਰ ਅਸਤਰ ਦੀ ਵਿਦਿਆ, ਗ੍ਰੰਥਾਂ ਦਾ ਅਭਿਆਸ, ਸ਼ਾਸਤਰ ਦਾ ਅਭਿਆਸ, ਦਰਬਾਰ ਸਾਹਿਬ ਸਾਨੂੰ ਗ੍ਰੰਥ ਦੀ ਵਿਦਿਆ ਦਾ ਅਭਿਆਸ ਦੇ ਰਿਹਾ। ਗਿਆਨ ਗੁਰੂ ਆਤਮ ਉਪਦੇਸੋ ਧਿਆਨ ਬਭੂਤ ਲਗਾਓ। ਇਹ ਗਿਆਨ ਗੁਰੂ ਆ ਗੁਰੂ ਗ੍ਰੰਥ ਸਾਹਿਬ। ਤੇ ਅਕਾਲ ਤਖਤ ਸ਼ਾਸਤਰ ਦਾ, ਸ਼ਾਸਤਰ ਦੀ ਵਿਦਿਆ ਨੇ ਸਾਨੂੰ ਸਿਪਾਹੀ ਬਣਾਉਣਾ, ਗੁਰੂ ਗ੍ਰੰਥ ਦੀ ਵਿਦਿਆ ਨੇ ਸਾਨੂੰ ਸੰਤ ਬਣਾਉਣਾ। ਇੱਕ ਪਾਸੇ ਅਕਾਲ ਤਖਤ ਸਿਪਾਹੀ ਬਣਦਾ ਉਪਦੇਸ਼,
ਦਰਬਾਰ ਸਾਹਿਬ ਸਾਨੂੰ ਸੰਤ ਬਣਦਾ। ਅਤੇ ਜਦੋਂ ਦੋਨੋਂ ਚੀਜ਼ਾਂ ਆ ਜਾਣਗੀਆਂ ਫਿਰ ਖਾਲਸਾ ਮੁਕੰਮਲ ਬਣੂਗਾ। ਗੱਜ ਕੇ ਬੋਲੋ। ਅਤੇ ਸਾਡੀਆਂ ਬੀਬੀਆਂ, ਮੇਰੀ ਜੀ ਮੁਰਕੀ ਲਾ ਕੇ ਲਾ ਗਿਆ, ਮੇਰੀ ਚੂੜੀ ਲਾ ਲਈ। ਅਤੇ ਜੇ ਸ਼ਾਸਤਰਧਾਰੀ ਹੋਵੇ ਪਹਿਲੀ ਗੱਲ ਤਾਂ ਆਉਂਦਾ ਹੀ ਨਹੀਂ, ਜੇ ਆਊਗਾ ਤਾਂ ਗੁੱਟ ਵਢਾ ਕੇ ਕਰੂ ਕੁਛ। ਇਸ ਵਾਸਤੇ ਅੱਜ ਅਸੀਂ ਜਿਹੜੀ ਮਹਾਰਾਜ ਨੇ ਸਾਨੂੰ ਮਨੁੱਖ ਜਨਮ ਦੀ ਦੁਰਲੱਭਤਾ ਮਰਜ਼ਾਦਾ ਦਿੱਤੀ ਸੀ, ਉਹ ਅਸੀਂ ਤਿਆਗ ਦਿੱਤੀ ਹੈ, ਤਿਆਗੀ ਜਾ ਰਹੇ ਹਾਂ। ਜੇ ਬਾਪੂ ਮਾੜਾ ਮੋਟਾ ਹੈਗਾ ਅਤੇ ਬੀਬੀ ਦੂਏ ਪਾਸੇ ਹੈ। ਜੇ ਬੀਬੀ ਕੋਈ ਸੁਖਮਣੀ ਪੜ੍ਹਦੀ ਹੈ ਉਹ ਠੇਕੇ 'ਤੇ ਘੁੰਮਦਾ। ਜੇ ਉਹ ਦੋਨੋਂ ਆ ਅਤੇ ਬੱਚੇ ਬੱਚੀਆਂ ਦਾ ਰਾਹ ਹੋ ਰਿਹਾ। ਜਿੰਨੇ ਘਰ ਦੇ ਜੀਅ ਆ ਨਾ ਉਹਨਾਂ ਦਾ ਆਪੋ ਆਪਣਾ ਰਸਤਾ। ਪਰ ਗੁਰੂ ਮਹਾਰਾਜ ਨੇ ਤਾਂ ਇੱਕਾ ਬਾਣੀ ਇੱਕ ਗੁਰ ਇੱਕਾ ਸ਼ਬਦ ਵਿਚਾਰ। ਇੱਕ ਬਾਣੀ, ਇੱਕ ਗੁਰੂ, ਇੱਕ ਸ਼ਬਦ ਹੀ ਵਿਚਾਰ। ਇਹ ਵਿਚਾਰਧਾਰਾ ਸਾਰੇ ਸਿੱਖਾਂ 'ਚ ਆ ਜਾਂਦੀ ਹੈ ਨਾ, ਅੱਜ ਆਹ ਜਿਹੜੀ ਦੁਰਦਸ਼ਾ ਹੋ ਰਹੀ ਇਹ ਨਹੀਂ ਸੀ ਹੋਣੀ। ਇਹ ਹਾਲੇ ਹੋਰ ਬਹੁਤ ਹੋਣੇ ਆ। ਕਦੋਂ ਤੱਕ? ਜਦੋਂ ਤੱਕ ਆਪਾਂ ਇਸ ਬਚਨ ਦੇ ਉੱਤੇ ਪਹਿਰਾ ਨਹੀਂ ਦਿੰਦੇ। ਇਹ ਹਾਲੇ ਹੋਣੀ ਆ, ਹੋ ਰਹੀ ਹੈ। ਕਦੋਂ ਹਟੇਗੀ? ਕਈ ਪ੍ਰਸ਼ਨ ਕਰਦੇ, ਬਾਬਾ ਜੀ ਖਾਲਸੇ ਦਾ ਰਾਜ ਕਦੋਂ ਆਏਗਾ? ਮੈਂ ਕਿਹਾ ਜਦੋਂ ਖਾਲਸੇ ਬਣ ਜਾਓਗੇ। ਖਾਲਸੇ ਬਣ ਜਾਓਗੇ ਤੇ ਰਾਜ ਵੀ ਆ ਜਾਏਗਾ, ਸਾਰਾ ਸਮਾਜ ਵੀ ਝੁਕ ਜਾਏਗਾ। ਬਾਬਾ ਜਵਾਲਾ ਮਹਾਰਾਜ ਕਹਿੰਦੇ, ਮਹਾਰਾਜ ਲੋਕਾਂ ਨੇ ਐਟਮ ਬੰਬ ਬਣਾਏ ਹੈ, ਹਾਈਡਰੋਜਨ ਬੰਬ ਬਣਾਏ ਹੈ, ਬੜੀਆਂ ਸ਼ਕਤੀਆਂ। ਕਿਵੇਂ ਹੋਊ? ਕਹਿੰਦੇ ਜਿੱਦਣ ਤੁਸੀਂ ਖਾਲਸੇ ਬਣ ਗਏ ਤੁਹਾਡੇ ਡੰਡੇ ਤਲਵਾਰਾਂ ਬਣ ਜਾਣਗੇ। ਆਹ ਜਿੰਨੇ ਬਣਾਏ ਹੋਏ ਆ ਬੰਬ ਸ਼ੰਬ ਚੱਲਣ ਵਾਲਾ, ਜੇ ਚੱਲਣ ਇਹਨਾਂ ਦੇ ਸਾਰੇ ਮਿੱਟੀ ਸੁਆਹ ਬਣ ਜਾਣਗੇ, ਧਰੇ ਧਰਾਏ ਪਏ ਰਹਿਣਗੇ। ਪਰ ਖਾਲਸੇ ਬਣ ਜਾਈਏ, ਨਿਰਾ ਬੁਰਕਾ ਨਹੀਂ। ਮਹਾਰਾਜ ਨੇ ਕੌਤਕ ਕੀਤਾ ਸੀ ਨਾ 10ਵੇਂ ਨੇ। ਕਈ ਕਹਿੰਦੇ ਬਾਣੇ ਦਾ ਗਧੇ ਦੇ ਸ਼ੇਰ ਦੀ ਖੱਲ ਮੜਤੀ, ਮੂੰਹ ਬੰਨ੍ਹ ਕੇ ਨਾ ਬੂਥੀ ਜਿਹੀ ਛੱਡਦਾ, ਸਾਡੇ ਨਾਲ ਅੰਦਰ ਹੀ ਵੜ ਗਏ। ਮਹਾਰਾਜ ਸ਼ੇਰ ਆ ਗਿਆ, ਮਹਾਰਾਜ ਅੰਦਰ ਹੱਸਣ, ਸਾਰੇ ਅੰਦਰ ਹੀ ਵੜ ਗਏ। ਅਤੇ ਫਿਰ ਜਿਹੜੇ ਅਸਲੀਅਤ ਜ਼ਾਹਰ ਹੋਈ, ਉਹਦਾ ਖੋਤਾ ਸੀ, ਸ਼ੇਰ ਦੀ ਖੱਲ ਸੀ। ਕਹਿੰਦੇ ਬਾਣੇ ਦਾ ਇੰਨਾ ਭੈ। ਅਤੇ ਜੇ ਅੰਦਰ ਬਾਣੀ ਆ ਜਾਏ ਕਿੰਨੀ ਬਰਕਤ ਮਿਲੇਗੀ, ਕਿੰਨੀ ਬਰਕਤ ਮਿਲੇਗੀ। ਅੱਜ ਬਾਣੀ ਵੀ ਸਾਡੇ ਘਰਾਂ ਚਲ ਗਈ। ਸਵੇਰੇ ਨਿਤਨ ਦਾ ਟਾਈਮ ਹੁੰਦਾ ਨਾ, ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਨਾਮ ਜਪਣਾ, ਉਦੋਂ ਵੀ ਟੈਲੀਵਿਜ਼ਨ ਚੱਲ ਰਿਹਾ, ਕੰਜਰੀ ਨੱਚ ਰਹੀ ਹੈ। ਸ਼ਾਮ ਨੂੰ ਰਹਿ ਰਾਸ ਦਾ ਟਾਈਮ, ਉਦੋਂ ਵੀ ਗੱਡੀਆਂ ਵਿੱਚ ਵੀ ਟੇਪਾਂ ਵੱਜ ਰਹੀਆਂ। ਅਤੇ ਸੌ ਸਾਖੀ ਲਿਖਿਆ, ਘਰ ਘਰ ਬੇਸਿਆ ਹੋਏਗੀ, ਘਰ ਘਰ ਹੋਏ ਬਹਿਗੀ ਰਾਂਡ। ਘਰ ਘਰ ਬੇਸਵਾ ਹੋਊਗੀ, ਘਰ ਘਰ ਰੰਡੀ ਨੱਚੇਗੀ। ਇਹ ਗਲਤ ਹੈ ਕਿ ਸਹੀ ਹੈ? ਹਰ ਘਰ ਵਿੱਚ ਰੰਗੀਨ ਟੈਲੀਵਿਜ਼ਨ ਲੱਗੇ ਹੈ, ਮੇਜ਼ ਕੁਰਸੀਆਂ ਲੱਗੀਆਂ ਹੋਈਆਂ, ਬੋਤਲ ਪਈ ਹੈ, ਤਰਕਾਰੀਆਂ, ਉੱਥੇ ਨੂੰਹ ਬੈਠੀ, ਉੱਥੇ ਧੀ ਬੈਠੀ, ਉੱਥੇ ਜਵਾਈ ਬੈਠਾ, ਉੱਥੇ ਸਹੁਰਾ ਚੌਰੀ ਦਾੜੀ ਲੈ ਕੇ ਬੈਠਾ, ਕੰਜਰੀ ਨੱਚ ਰਹੀ ਹੈ। ਕਿਆ ਇਹ ਖਾਲਸਿਆਂ ਦੇ ਕੰਮ ਆ? ਮਹਾਰਾਜ ਦਾ ਹੁਕਮ ਇਹ ਹੈ, ਚੰਚਲ ਚਿਤ ਨਾ ਜਾਏ ਤਮਾਸ਼ੇ, ਜੂਏ ਜਾਏ ਨਾ ਖੇਲਤ ਪਾਸੇ। ਮਹਾਰਾਜ ਦਾ ਹੁਕਮ ਤਾਂ ਇਹ, ਆਪਾਂ ਕੀ ਕਰ ਰਹੇ ਹਾਂ? ਵਿਆਹ ਸ਼ਾਦੀਆਂ 'ਚ ਕੀ ਹੋ ਰਿਹਾ? ਕਿੰਨੇ ਜਾਨਵਰ ਜ਼ਬ੍ਹਾ ਹੁੰਦੇ ਆ, ਕਿੰਨੀਆਂ ਪੇਟੀਆਂ ਸ਼ਰਾਬਾਂ ਦੀਆਂ, ਹੋਰ ਖਰਚੇ ਪਾਣੀ ਕਿੰਨੇ, ਤੇਵਰ ਜੇਵਰ।
ਆ ਲਹਿੰਗੇ ਛਹਿੰਗੇ ਕੀ ਕੁਛ ਹੈ। ਮਹਾਰਾਜ ਸਾਡਾ ਨੱਕ ਨਹੀਂ ਰਹਿੰਦਾ। ਅਤੇ ਜਿੱਦਣ ਡਿਵੋਰਸ ਠਾਣੇ ਠਪਾਣੇ ਅਦਾਲਤਾਂ 'ਚ ਇੰਨਾ ਕੁਛ ਦਿੱਤਾ ਸੀ ਅਤੇ ਨੱਕ ਫੇਰ ਨਹੀਂ ਰਿਹਾ। ਗੱਜ ਕੇ ਬੋਲੋ। ਨੱਕ ਤਾਂ ਬਣਿਆ ਨਹੀਂ। ਨੱਕ ਕਿਵੇਂ ਬਣੇਗਾ? ਨੱਕ ਦਾ ਮਤਲਬ ਇੱਜ਼ਤ। ਇੱਜ਼ਤ ਬਣਨੀ ਹੈ ਗੁਰਮਤਿ ਦੇ ਅਸੂਲ ਗ੍ਰਹਿਣ ਕਰਨਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੋਇੰਦਵਾਲ ਸਾਹਿਬ, ਸੁਣ ਲਿਓ ਕੰਨ ਖੋਲ੍ਹ ਕੇ। ਪ੍ਰੇਮਾ ਕੋੜਾ, ਐਡਾ ਵਿਸ਼ਵਾਸ ਕੋੜੇ ਦਾ, ਹਰ ਵੇਲੇ ਪੜ੍ਹਨਾ। ਗਿਆ ਕਿ ਛੋਟਾ ਲੱਧਾ ਜਾਰਾ, ਗਿਆ ਕਿ ਛੋਟਾ ਲੱਧਾ ਜਾਰਾ। ਪਾਤਸ਼ਾਹ ਕਹਿਣ ਲੱਗੇ ਭਾਈ ਬੱਲੂ ਇਹ ਕੀ ਪੜ੍ਹ ਰਿਹਾ? ਕਹਿੰਦੇ ਮਹਾਰਾਜ ਕੋੜਾ ਹੈ। ਉਹ ਪੜ੍ਹ ਰਿਹਾ ਗਿਆ ਕਿ ਛੋਟਾ ਲੱਧਾ ਜਾਰਾ। ਮੇਰਾ ਕੋੜੀ ਸਰੀਰ ਚੱਲ ਗਿਆ, ਮੈਨੂੰ ਨਵਾਂ ਸਰੀਰ ਮਿਲ ਗਿਆ। ਕਹਿੰਦੇ ਬੜਾ ਵਿਸ਼ਵਾਸ ਗੁਰੂ ਨਾਨਕ ਸਾਹਿਬ ਕਰਤੇ। ਬੁਲਾਓ ਵੀ ਚਰਨ ਕੁੰਡ 12 ਦ੍ਰਿਸ਼ਟੀ ਪਾਈ, ਅੰਮ੍ਰਿਤ ਦ੍ਰਿਸ਼ਟ ਇਸ਼ਨਾਨ ਕਰਾਇਆ, ਕੰਚਨ ਵਰਗੀ ਦੇ ਨਵੇਂ ਵਸਤਰ ਪਹਿਨਾ ਦਿੱਤੇ। ਕਹਿੰਦੇ ਵੀ ਲਾੜਾ ਬੜਾ ਫੱਬਿਆ। ਗੋਂਦਵਾਲ ਗਏ ਕਦੀ? ਬੌਲੀ ਸਾਹਿਬ ਦੇ ਸਾਹਮਣੇ ਪਾਲਕੀ ਆ, ਉਹ ਮਹਾਰਾਜ ਦਾ ਸਿੰਘਾਸਣ ਹੈ। ਉੱਥੇ ਬਹਿ ਕੇ ਮਹਾਰਾਜ ਉਪਦੇਸ਼ ਦਿੰਦੇ ਹੁੰਦੇ ਸੀ, ਦੀਵਾਨ ਲਾਉਂਦੇ ਹੁੰਦੇ ਸੀ। ਕਹਿੰਦੇ ਲਾੜਾ ਬੜਾ ਫੱਬਿਆ, ਕੋਈ ਲੜਕੀ ਦਿਓ। ਬਸ ਸਨਾਟਾ ਛਾ ਗਿਆ। ਸਨਾਟਾ ਛਾ ਗਿਆ ਅਤੇ ਬੈਰੋਵਾਲ ਦਾ ਛੀਆਂ ਉੱਪਲ ਖੱਤਰੀ, ਬਹੁਤ ਅਮੀਰ ਬੰਦਾ, ਕਹਿੰਦਾ ਕੰਨਿਆ ਵਰ ਪ੍ਰਾਪਤ ਆ, ਕੰਨਿਆ ਦੇਣੀ ਵੀ ਦਾਨ ਕਰਨਾ। ਅਤੇ ਮਹਾਰਾਜ ਖੁਦ ਪਰਮੇਸ਼ਰ ਮੰਗ ਰਿਹਾ। ਕਹਿੰਦੇ ਮਹਾਰਾਜ ਹਾਜ਼ਰ ਹੈ। ਉੱਥੇ ਵਿਆਹ ਕਰਤਾ। ਕਹਿੰਦੇ ਸਾਡੇ ਮੱਥੋ ਮਰਾਰੀ ਹੈ, ਇਹ ਰਾਧਾ ਕ੍ਰਿਸ਼ਨ ਆ, ਅਤੇ 22 ਮੰਜੀਆਂ 'ਚ ਇੱਕ ਇਹਨਾਂ ਦੋਵਾਂ ਨੂੰ ਮੰਜੀ ਮਿਲੀ ਹੈ। ਇਹ ਤਾਂ ਮਹਾਰਾਜ ਨੇ ਵਿਆਹ ਕੀਤਾ। ਅਤੇ ਹੁਣ ਤੁਸੀਂ ਦੇਖ ਲਓ ਤੁਹਾਡੇ ਵਿਆਹ ਕਿਹੋ ਜਿਹੇ ਹੁੰਦੇ ਆ। ਭੰਗ ਤਾਂ ਹੀ ਭੁੱਜਦੀ ਹੈ ਨਾ ਰੋਜ਼। ਅਸੂਲ ਛੱਡ ਦਿੱਤੇ। ਜਿੱਦਣ ਮਹਾਰਾਜ ਦਾ ਗੁਰੂ ਨਾਨਕ ਦਾ ਵਿਆਹ ਸੀ, ਡੇਰਾ ਸਾਹਿਬ ਸਥਾਨ ਹੈ ਨਾ ਬਟਾਲੇ, ਉਰੇ ਦਾ ਕੰਧ ਸਾਹਿਬ ਆ, ਅਤੇ ਚੌਂਕੀ ਦੇ ਉੱਤੇ ਪਰਮਾਤਮਾ ਦਾ ਨਾਂ ਲਿਖ ਕੇ ਦੁਆਲੇ, ਅਤੇ ਜੋ ਲੰਗੜਾ ਲੂਲਾ ਪਿੰਗਲਾ, ਆਮ ਤਾਂ ਹੁੰਦਾ ਨਾ ਪਰਸਨੈਲਿਟੀਆਂ ਲੈ ਕੇ ਜਾਈਏ, ਪਰਸਨੈਲਿਟੀਆਂ ਵੀ ਹੈਗੀਆਂ ਸੀਆਂ, ਅਤੇ ਇਹੋ ਜਿਹਾ ਵੀ ਲੈ ਗਏ ਵੀ ਜਿਹਨਾਂ ਨੂੰ ਲਿਜਾਂਦਾ ਕੋਈ ਨਹੀਂ। ਚੇਤੇ ਤਾਂ ਰੱਖਣ ਵੀ ਗੁਰੂ ਨਾਨਕ ਵਿਆਹ 'ਤੇ ਲਿਖਿਆ ਸੀ ਸਾਨੂੰ। ਤੂੰ ਨਹੀਂ ਕਿਹਾ ਸਾਡੀ ਬੇਇੱਜ਼ਤੀ ਬੜੀ ਕੀਤੀ ਹੈ, ਕੰਧ ਡੇਗਣ ਵਾਲੀ ਸੀ। ਕਹਿੰਦੇ ਜੀ ਸਾਡੇ ਰਿਵਾਜ਼ ਹੈ ਜਦੋਂ ਕੋਈ ਪ੍ਰਾਹੁਣਾ ਆਉਂਦਾ ਨਾ, ਅਸੀਂ ਇੱਥੇ ਬਹਾਲ ਕੇ ਉਹਦਾ ਇਸ਼ਨਾਨ ਕਰਾਉਂਦੇ ਹੁੰਦੇ ਹਾਂ। ਜਿਹੜੇ ਚੋਣੇ ਖੱਤਰੀ ਸੀ, ਇੱਕ ਭੰਡਾਰੀਆਂ ਦੀ ਮਾਈ ਸੀ, ਉਹਨੂੰ ਹਮਦਰਦੀ ਜਾਗੀ। ਕਹਿੰਦੀ ਬੇ ਨਾਨਕਾ ਇੱਥੇ ਨਾ ਬੈਠੀ, ਇਹ ਤੈਨੂੰ ਥੱਲੇ ਸਿੱਟ ਕੇ ਮਾਰਨਾ ਚਾਹੁੰਦੇ ਆ। ਮਹਾਰਾਜ ਕਹਿੰਦੇ ਭੰਡਾਰੇ ਭਰੀ ਰਹਿਣਗੇ, ਚੋਣੇ ਚੁਣੇ ਜਾਣਗੇ। ਚੋਣਾ ਨਹੀਂ ਉੱਥੇ ਹੁਣ ਲੱਜਦਾ ਕੋਈ ਵੀ। ਚੁਣੇ ਗਏ। ਕਹਿੰਦੇ ਸਾਡੇ ਵਿਆਹ ਦੀ ਨਿਸ਼ਾਨੀ ਮਾਤਾ 4 ਯੁੱਗ ਰਹੂਗੀ। ਤੁਹਾਡਾ ਗੁਰੂ ਤਾਂ ਇਉਂ ਵਿਆਹ ਕਰਾਉਂਦਾ ਸੀ, ਸਿੱਖਾਂ ਦੇ ਵਿਆਹ ਇਉਂ ਕਰਦਾ ਸੀ। ਹੁਣ ਮਨਾਂ ਨਾਲ ਝਾਤ ਮਾਰ ਲਿਓ, ਅਸੀਂ ਕਿਹੋ ਜਿਹਾ ਵਿਆਹ ਕਰਦੇ ਹਾਂ। ਪੈਲਸ ਦੇ ਬਿਨਾਂ ਵਿਆਹ ਨਹੀਂ ਹੁੰਦਾ, ਕਿਉਂਕਿ ਹੁਣ ਮਹਾਰਾਜਾ ਕਪੂਰਥਲਾ ਦੇ ਸ਼ਹਿਜ਼ਾਦੇ ਬਣ ਗਏ ਨੇ ਪਟਿਆਲੀਏ ਦੇ। ਅੱਗੇ ਵਿਆਹ ਰਾਜੇ ਲੋਕ ਕਰਦੇ ਸੀ ਪੈਲਸਾਂ 'ਚ, ਹੁਣ ਪੈਲਸ 'ਤੇ ਉਰੇ ਵਿਆਹ ਨਹੀਂ ਹੁੰਦਾ। ਅਤੇ ਹੱਡਾ ਰੂੜੀ ਬਣ ਜਾਂਦੇ ਪੂਰੇ ਪੈਲਸ, ਢੇਰ ਲੱਗੇ ਹੁੰਦੇ ਹੱਡਾਂ ਦੇ, ਅਤੇ ਬੋਤਲ 'ਤੇ ਬੋਤਲ ਖੜਕਦੀ ਹੈ। ਕਿੱਧਰ ਨੂੰ ਤੁਰਿਆ ਹੋਇਆ ਸਾਡਾ ਸਮਾਜ। ਗੁੱਸਾ ਨਾ ਕਰਿਓ, ਚਿੱਤ ਕਰਦਾ ਨਰੋਲ ਬਾਣੀ ਦੀ ਵਿਆਖਿਆ ਕਰਾਂ, ਪਰ ਆਹ ਜਿਹੜਾ ਕੂੜਾ ਕਬਾੜਾ ਜਮ੍ਹਾਂ ਹੋ ਗਿਆ, ਜਿੰਨਾ ਚਿਰ ਇਹਦੀ ਸਫਾਈ ਨਹੀਂ ਕਰਦੇ, ਬਾਣੀ ਦੀ ਵਿਆਖਿਆ ਨੇ ਤੁਹਾਡਾ ਜੀਵਨ ਨਹੀਂ ਸੁਧਾਰਨਾ। ਸਿਆਣਾ ਕਿਸਾਨ ਉਹ ਹੁੰਦਾ ਖੇਤ ਨੂੰ ਪਹਿਲਾਂ ਸਾਫ਼ ਕਰੇ, ਰੁਆੜੀ ਪਿਆਜ਼ ਚੁਣੇ,
ਫੇ ਬੀਜ ਬੱਤ ਦੇਖ ਕੇ ਬੀਜੇ, ਫੇ ਫਸਲ ਫਲਾਫੂਤ ਹੁੰਦੀ ਹੈ। ਆ ਪ੍ਰਚਾਰ ਇੰਨਾ, ਕਹਿੰਦੇ ਬਾਬਾ ਜੀ ਅਸਰ ਨਹੀਂ ਹੁੰਦਾ। ਮੈਂ ਕਿਹਾ ਰਕੜ 'ਚ ਅਸੀਂ ਬੀਜ ਸੁੱਟੀ ਜਾਂਦੇ ਹਾਂ, ਉਹ ਤਾਂ ਜੰਮਦਾ ਹੀ ਨਹੀਂ। ਇਹ ਤਾਂ ਬੀਜ ਤਾਂ ਸਫਲ ਹੋਣਾ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ। ਸਾਰੇ ਜੱਟ ਜ਼ਿਮੀਂਦਾਰ ਆ, ਇੱਥੇ ਤਾਂ ਹਲ ਨਹੀਂ ਵਾਹੁੰਦੇ। ਮਾੜਾ ਮੋਟਾ ਚੇਤੇ ਰੱਖੋ, ਆਪਣਾ ਵਿਰਸਾ ਤਿਆਗ ਨਾ ਜਾਏ। ਹੁਣ ਤਾਂ ਜੱਟਾਂ ਦੇ ਛੋਕਰੇ ਛੋਕਰੇ ਇਹ ਨਹੀਂ ਪਤਾ ਦਾਤੀ ਕਿਹੜਾ ਅਤੇ ਰੰਬਾ ਕਿਹੜਾ, ਕਣਕ ਦੀ ਪਛਾਣ ਕੀ ਹੈ, ਮੋਠ ਕੀ ਹੈ, ਆਹ ਜਿਹੜੇ ਬਾਬਾ ਜੀ ਕਾਲੇ ਹੁੰਦੇ ਇਹ ਕੀ ਹੈ। ਮੈਂ ਕਿਹਾ ਬੁੱਢੀ ਮਾਈ ਨੂੰ ਪੁੱਛ ਲਓ ਵੀ ਮਾਂ ਹੁੰਦੇ ਆ। ਆਹ ਵੀ ਪਛਾਣ ਨਹੀਂ ਰਹਿ ਗਈ ਸਾਡੇ। ਹੁਣ ਤਾਂ ਨੈੱਟ 'ਤੇ ਦੇਖਣ ਵੀ ਇਹ ਕਾਲੇ ਜਿਹੇ ਕੀ ਚੀਜ਼ ਆ। ਨੈੱਟ ਤੋਂ ਬਿਨਾਂ ਮਾਹਾਂ ਦਾ ਗਿਆਨ ਨਹੀਂ, ਅਤੇ ਗੱਲਾਂ ਖਾਲਸਾ ਰਾਜ ਦੀਆਂ ਹੀ ਕਰਦੇ ਹਾਂ। ਸਾਨੂੰ ਆਪਣੇ ਵਿਰਸੇ ਦੀ ਪਛਾਣ ਭੁੱਲ ਗਈ। ਸਿਆਣੇ ਅਸੀਂ ਬਹੁਤ ਬਣੇ ਹੋਏ ਹਾਂ, ਪਰ ਅਕਲ ਦਾ ਦਿਵਾਲਾ ਨਿਕਲ ਗਿਆ। ਬਾਬਾ ਜਵਾਲਾ ਕਹਿੰਦੇ ਕਈਆਂ ਦੀ ਤਾਂ ਵਿਦਿਆ ਗਿੱਟਿਆਂ 'ਚ ਉਤਰ ਜਾਂਦੀ, ਕਈਆਂ ਦੀ ਗੋਡਿਆਂ 'ਚ। ਆਹ ਗੋਡੇ ਵੀ ਸਾਰੇ ਫੜੀ ਬੈਠੇ, ਗਿੱਟੇ ਵੀ ਫੜੀ ਬੈਠੇ। ਕਈਆਂ ਦੇ ਦਿਮਾਗ ਨੂੰ ਚੜ੍ਹ ਜਾਂਦੀ, ਪਾਗਲ ਕਰ ਦਿੰਦੀ ਹੈ। ਕਹਿੰਦੇ ਹਿਰਦੇ 'ਚ ਕਿਸੇ ਦੇ ਵੱਸਦੀ ਹੈ। ਜਿਹਦੇ ਹਿਰਦੇ 'ਚ ਗਿਆਨ ਵੱਸਦਾ ਨਾ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਇਹ ਬਾਣੀ ਕਹਿੰਦੀ ਮਹਾਰਾਜ ਜੀ ਅੱਜ ਮਨੁੱਖ ਜਨਮ ਦੀ ਦੁਰਲੱਭਤਾ ਦੀ ਵਿਆਖਿਆ ਚੱਲ ਰਹੀ ਹੈ। ਇਹ ਦੁਰਲੱਭ ਕਿਵੇਂ ਬਣੇਗਾ? ਇਹ ਦੁਰਲੱਭ ਬਣਨਾ ਗੁਰੂ ਮਹਾਰਾਜ ਦਾ ਸਿਧਾਂਤ ਸਿੱਖੀ ਨੂੰ ਧਾਰਨ ਕਰਕੇ। ਕਿਹੋ ਜਿਹਾ ਸਿੱਖ ਬਣਨਾ? ਗੁਰੂ ਨੂੰ ਆਪਣਾ ਆਪ ਸਮਰਪਣ ਕਰਕੇ। ਗੱਜ ਕੇ ਬੋਲੋ। ਅੱਜ ਅੰਮ੍ਰਿਤ ਛਕ ਲੈਂਦੇ ਹਾਂ, ਛਕਣ ਤੋਂ ਬਾਅਦ ਰੋਮਾਂ ਦੀ ਬੇਅਦਬੀ, ਮੂੰਹ ਸਿਰ ਕਾਲਾ, ਫੈਸ਼ਨ ਪ੍ਰਸਤੀ, ਫਿਰ ਛੱਡ ਦੇਣਾ। ਕਹਿੰਦੇ ਜੀ ਹੁਣ ਸੁਖਮਣੀ ਪੜ੍ਹਨ ਦੀ ਕੀ ਲੋੜ ਆ, ਅਸੀਂ ਤਾਂ ਸੁਖਮਣੀ ਤੋਂ ਬਹੁਤ ਉੱਤੇ ਚਲੇ ਗਏ। ਇਹੋ ਜਿਹਾ ਮਿਲਦੇ ਸਾਨੂੰ। ਮੈਂ ਕਿਹਾ ਵੀ ਹੁਣ ਕਿਹੜੇ ਆਕਾਸ਼ ਨੂੰ ਚੜ੍ਹ ਗਏ। ਧੰਨ ਛੇਵੇਂ ਪਾਤਸ਼ਾਹ ਆਪ ਬਾਣੀ ਦਾ ਨਿਤਨੇਮ ਕਰਦੇ ਸੀ, ਅਤੇ ਮਹਾਰਾਜ ਨੇ ਮਰਦਾਨੇ ਦੇ ਪੁੱਤਰਾਂ ਨੂੰ ਕਿਹਾ ਸੀ ਜਪਜੀ ਸਾਹਿਬ ਦਾ ਪਾਠ ਸਵੇਰੇ ਇਸ਼ਨਾਨ ਨਹੀਂ ਤਿਆਗਣਾ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਪਰਮਾਤਮਾ ਨੂੰ ਸਾਖੀ ਜਾਣ ਕੇ ਭਾਵੇਂ ਇੱਕ ਸ਼ਬਦ ਰੋਜ਼ ਪੜ੍ਹਿਓ, ਸ਼ਾਮ ਦਾ ਨਿਤਨੇਮ ਤਿਆਗਿਓ। ਰਜਾਦੇ ਸ਼ਹਿਜ਼ਾਦੇ ਨੂੰ ਮਰਦਾਨੇ ਵਾਂਗੂ ਚੜ੍ਹਦੀ ਕਲਾ ਰਹੂਗੀ ਤੁਹਾਡੀ। ਗੱਜ ਕੇ ਬੋਲੋ। ਇਸ ਵਾਸਤੇ ਅੱਜ ਜਿਹੜੇ ਨਸ਼ਾ ਪੱਤਾ ਵਰਦੇ, ਵੈਸੇ ਤਾਂ ਸਿੰਘ ਜ਼ਿਆਦੇ ਆ, ਅਤੇ ਦੂਏ ਵੀ ਨਾਲ ਰਲ ਜਾਓ ਅਤੇ ਰੋਮਾਂ ਦੀ ਬੇਅਦਬੀ ਦਾ ਤਿਆਗ ਕਰ ਦਿਓ। ਅੱਗੇ ਤਾਂ ਇਹ ਬਿਮਾਰੀ ਸੀ ਨਾ ਆਪਣੇ ਬੰਦਿਆਂ ਵਿੱਚ, ਹੁਣ ਬੀਬੀਆਂ 'ਚ ਵੀ ਆ ਗਈ ਹੈ। ਸਭ ਪਟੇ ਰੱਖੀ ਫਿਰਦੀਆਂ, ਭਰਵੱਟੇ ਤਾਂ ਪਤਾ ਹੀ ਹੈ। ਆਉਂਦੇ ਸਾਡੇ ਕੋਲ, ਬੀਬੀ ਜੀ ਭਰਵੱਟੇ ਤਾਂ ਨਹੀਂ ਮੁੰਨੇ? ਕਹਿੰਦੇ ਬਾਬਾ ਜੀ ਤੁਮੇ ਪਤਾ ਲੱਗ ਗਿਆ। ਮੈਂ ਕਿਹਾ ਜਿਹੜਾ ਵੈਦ ਹੁੰਦਾ ਉਹਨੂੰ ਪਤਾ ਹੁੰਦਾ ਬਿਮਾਰੀ ਕੀ ਹੈ। ਵੈਦ ਰੋਗੀ ਰੋਗ ਨੂੰ ਲੱਖ ਛੁਪਾ ਰੱਖੇ, ਵੈਦ ਤੁਰਤ ਪਛਾਣਦਾ ਨਾੜੀਆਂ ਨੂੰ। ਨਾੜੀ ਫੜਦਾ, ਉਹ ਡਾਕਟਰਾਂ ਵਾਂਗੂ ਥੋੜ੍ਹੇ ਆਹ ਟੈਸਟ ਲਿਆਓ ਜੀ, ਫਲਾਨਾ ਟੈਸਟ ਲਿਆਓ ਜੀ। ਉਹ ਨਹੀਂ ਨੱਕਾਂ 'ਚ ਡੱਖੇ ਘਸੋੜੀ ਫਿਰਦੇ ਵੈਦ ਜਿਹੜੇ, ਉਹ ਤਾਂ ਅੱਖਾਂ ਦੇਖ ਕੇ ਦੱਸ ਦਿੰਦੇ ਬਿਮਾਰੀ ਕੀ ਹੈ, ਨਬਜ਼ ਦੇਖ ਕੇ ਦੱਸ ਦਿੰਦੇ, ਕਰੂਰਾ ਦੇਖ ਕੇ ਦੱਸ ਦਿੰਦੇ ਬਿਮਾਰੀ ਕੀ ਹੈ। ਆ ਹੁਣ ਤਾਂ ਕੋਈ ਚਲੇ ਜਾਓ, ਪਹਿਲਾਂ ਚੈੱਕਅਪ ਕਰਦੇ 5-7 ਲੱਖ ਲਵਾ ਦਿੰਦੇ ਆ। ਗੱਜ ਕੇ ਬੋਲੋ। ਲੋਕ ਹਿਲੇ ਜਹਾਨ ਦੇ ਪਸ਼ੂ ਚਾਰਨ, ਅਸੀਂ ਮਰਦ ਜਨਾਨੀਆਂ ਚਾਰ ਲਈਏ। ਅਜੇ ਗੱਲ ਮਨੁੱਖ ਦੇ ਮੂੰਹ ਹੋਵੇ, ਸ਼ੀਸ਼ਾ ਰੱਖ ਕੇ ਅਕਸ ਉਤਾਰ ਲਈਏ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਮਨੁੱਖ ਬਣ ਜਾਓ। ਮਨੁੱਖ ਤੁਸੀਂ ਕਹੋ ਅਸੀਂ ਮਨੁੱਖ ਨਹੀਂ, ਮਨੁੱਖ ਕੌਣ ਆ? ਜਿਹਦੇ 'ਚ ਮਨੁੱਖਾਂ ਵਾਲਾ ਕਰਤੱਵ। ਜਾਮਾ ਮਨੁੱਖ ਦਾ, ਕਰਤੂਤਾਂ ਸਾਡੀਆਂ ਪਸ਼ੂਆਂ ਦੀਆਂ ਹੋਈਆਂ। ਕਰਤੂਤ ਪਸ਼ੂ ਕੀ ਬੋਲਦੇ ਹੋ? ਸਿਲਮੇ 'ਤੇ ਨਹੀਂ ਬੋਲਣਾ ਜਾ ਕੇ। ਜਾਤ ਤਾਂ ਮਨੁੱਖ ਦੀ, ਮਨੁੱਖਾਂ ਵਾਲੇ ਕੰਮ ਹੈਗੇ ਆ ਜਿਹੜੇ ਪੀ ਕੇ ਪਏ ਹੁੰਦੇ ਆ।
ਕਿਹੜੇ ਕਰਮੇ ਲੱਗੇ ਹੋਏ ਆ। ਪਰਦੇਸਾਂ 'ਚ ਆ ਕੇ ਵੀ ਆਪਾਂ ਇਹ ਕੰਮ ਨਹੀਂ ਛੱਡਿਆ। ਉਹ ਪਰਸੋਂ ਉੱਥੋਂ ਆ ਗਏ ਗੁਰਬਖਸ਼ ਤੇਰੇ ਉਹ ਇਬਣ ਪਿੰਡ ਦੇ, ਉਹ ਕੁੜੀ ਰੋਈ ਹੈ। ਮੈਂ ਕਿਹਾ ਕੀ ਗੱਲ? ਕਹਿੰਦੇ ਬਾਬਾ ਜੀ ਘਰ ਵਾਲਾ ਹਰ ਵੇਲੇ ਡੱਫੀ ਜਾਂਦਾ, ਰੋਜ਼ ਕੁੱਟਦਾ, ਕੰਮ ਡੱਕੇ ਦਾ ਨਹੀਂ ਕਰਦਾ, ਮੈਂ ਹੁਣ ਇਕੱਲੀ ਕਿਸ਼ਤਾਂ ਕਿਵੇਂ ਭਰਾਂ? ਮੈਂ ਕਿਹਾ ਜਦੋਂ ਮੈਂ ਤੈਨੂੰ ਕਹਿੰਦਾ ਸੀ ਤੂੰ ਨਾ ਜਾ, ਅਤੇ ਤੁਸੀਂ ਵੀ ਕਹਿੰਦੇ ਹੋ ਸਾਨੂੰ ਬਾਹਰ ਹੋ ਜਾ, ਬਾਕੀ ਜੋ ਮਰਜ਼ੀ ਹੋ ਜਾਏ। ਇੱਕ ਨਹੀਂ, ਪਰਸੋਂ ਵਕੀਲ ਦਾ ਫੋਨ ਆਇਆ, ਕਹਿੰਦਾ 95% ਡਿਵੋਰਸ ਹੋ ਰਹੇ ਆ। ਇੰਨੀ ਡਿਵੈਲਪਮੈਂਟ ਕਰ ਰਹੇ ਹਾਂ ਅਸੀਂ ਇੱਥੇ ਆ ਕੇ। ਫਾਰਵਰਡ ਦੇਸ਼ ਆ, ਫਾਰਵਰਡ ਦੇਸ਼ ਵਿੱਚ ਆ ਕੇ ਫਾਰਵਰਡ ਕੰਮ ਕਰੋ। ਲੋਕ ਦੇਖਣ ਗੁਰੂ ਗੋਬਿੰਦ ਸਿੰਘ ਦਾ ਸਿੱਖ ਕੀ ਹੈ, ਤੁਹਾਡੇ ਦਰਸ਼ਨ ਕਰਕੇ ਉਹਨਾਂ ਦੇ ਜੀਵਨ ਪਲਟ ਜਾਣ। ਸਾਡੀਆਂ ਕਰਤੂਤਾਂ ਦੇਖ ਕੇ ਲੋਕ ਨਿਸ਼ਰਦਕ ਹੋ ਰਹੇ ਸਾਤੋਂ। ਸਿੱਖ ਦੀ ਮਹਾਨਤਾ ਸਮਝੋ, ਸਿੰਘ ਦੀ ਮਹਾਨਤਾ ਸਮਝੋ, ਆਪਣਾ ਕਿਰਦਾਰ ਇੰਨਾ ਉੱਚਾ ਬਣਾਓ। ਆਹਾਰ ਵੀ, ਵਿਹਾਰ ਵੀ, ਆਚਾਰ ਵੀ। ਸਿੰਘ ਦਾ ਤਾਂ ਐਡਾ ਵੱਡਾ ਉੱਚਾ ਸੁੱਚਾ ਜੀਵਨ ਹੁੰਦਾ ਸੀ। ਅੱਜ ਅਸੀਂ ਕਿੱਧਰ ਤੁਰ ਪਏ ਹਾਂ? ਇਹ ਬਣਨਾ ਕਦੋਂ ਆ? ਇਹ ਗੁਰੂ ਕੀ ਸੰਗਤ 'ਚ ਆ ਕੇ ਜਿਹੜੀਆਂ ਕਮਜ਼ੋਰੀਆਂ ਆਈਆਂ ਨੂੰ ਤਿਆਗ ਕੇ, ਔਰ ਜਿਹੜੇ ਗੁਣ ਸਾਂਝ ਕਰੀਜੈ ਗੁਣੈ ਕਰੀ, ਛੋੜ ਅਵਗਣ ਚਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਐ, ਜਿੱਥੇ ਜਾਏ ਬਹੀਐ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਹਵੇ ਬਾਸਲਾ ਕੱਢ ਬਾਸ ਲਈਜੈ। ਫਿਰ ਗੱਲ ਬਣਨੀ ਹੈ। ਆਓ ਹੁਣ ਸ਼ਬਦ ਦੀ ਵਿਚਾਰ ਸਰਵਣ ਕਰੀਏ। ਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਦਾ ਫਰਮਾਨ ਆ, ਮਹਾਰਾਜ ਕਿਰਪਾ ਕਰਦੇ ਹਨ। ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾ। ਸੂਹੀ ਰਾਗ ਆ। ਇੱਕ ਰਾਜਾ ਹੁੰਦਾ, ਜਿਹੜੇ ਰਾਗੀਆਂ ਨੇ ਕੀਰਤਨ ਕਰਨਾ ਨਾ, ਬੜਾ ਸਿਰ ਹਿਲਾਉਣਾ। ਰਾਜੇ ਨੇ ਸਮਝਣਾ ਵੀ ਰਾਗ ਦਾ ਚੰਗਾ ਮਾਹਰ ਹੋਣਾ। ਉਹਨੇ ਕਿਹਾ ਵੀ ਕੱਲ੍ਹ ਨੂੰ ਪੁੱਛੀਏ ਵੀ ਮਹਾਰਾਜ ਕਿਹੜਾ ਰਾਗ ਗਾਇਆ ਸੀ। ਰਾਗ ਹੁੰਦੇ ਆ ਟਾਈਮ ਟਾਈਮ ਦੇ। ਉਹ ਘਰ ਵਾਲੀ ਰਾਣੀ ਜਿਹੜੀ ਸਿਆਣੀ ਸੀ, ਉਹ ਕਹਿੰਦੇ ਵੀ ਰਾਗੀਆਂ ਨਾਲ ਗੱਲ ਕੀਤੀ। ਕਹਿੰਦੇ ਇਸ ਟਾਈਮ ਜਿਹੜਾ ਹੁੰਦਾ ਇਹ ਸੂਹੀ ਰਾਗ ਦਾ ਵੇਲਾ, ਤੂੰ ਇਹ ਕਹੀਂ ਸੂਹੀ ਰਾਗ। ਉਹਨੂੰ ਸੂਹੇ ਰੰਗ ਦੀ ਇੱਕ ਕੁੜਤੀ ਬਣਾਤੀ ਗਲ 'ਚ ਪਾਉਣ ਲਈ ਰਾਜੇ ਦੇ, ਵੀ ਜੇ ਤੈਨੂੰ ਸੂਹੀ ਚੇਤੇ ਨਾ ਹੋਵੇ ਨਾ, ਕੁੜਤੀ ਦੇਖ ਲਈ, ਉੱਥੋਂ ਸੂਹਾ ਚੇਤੇ ਆ ਜੂ, ਤੂੰ ਕਹਿੰਦੀ ਸੂਹੀ ਰਾਗ। ਉਹ ਚਲੇ ਗਿਆ। ਜਿਹੜੇ ਰਾਗੀ ਗਾਉਣ ਨਾ ਬੜੀ ਧੌਣ ਜੀ ਘੁਮਾਵੇ। ਅੱਜ ਕੱਲ੍ਹ ਵੀ ਬੜਾ ਫੇਰਦੇ ਹੁੰਦੇ ਪਏ, ਜਿਵੇਂ ਸੱਪ ਬੀਨ 'ਤੇ ਹੁੰਦਾ। ਅਸੀਂ ਬਹੁਤ ਵਧੀਆ ਸਮਝ ਰਹੇ ਰਾਗ ਨੂੰ। ਰਾਗੀ ਕਹਿਣ ਲੱਗੇ ਮਹਾਰਾਜ ਰਾਜਾ ਸਾਹਿਬ ਕਿਹੜਾ ਰਾਗ ਆ? ਉਹ ਸੂਈ ਦਾ ਭੁੱਲ ਗਿਆ। ਕਹਿੰਦਾ ਜੀ ਕੁੜਤੀ ਰਾਗ ਆ। ਅੱਜ ਬਹੁਤਿਆਂ ਤਾਂ ਸਰੋਤਿਆਂ ਦਾ ਇਹੋ ਜਿਹਾ ਰਾਗ ਆ, ਕੁੜਤੀ ਰਾਗ। ਉਵੇਂ ਸਿਰ ਮਾਰੀ ਜਾਂਦੇ ਆ। ਇਹ ਹਾਲਤ ਸਾਡੀ ਬਣੀ ਹੋਈ ਹੈ। ਪਰ ਇਹ ਸੂਹੀ ਰਾਗ ਹੈ ਜਿਹੜਾ ਮਨ ਨੂੰ ਸੂਹਾ ਕਰਦਾ, ਪ੍ਰੇਮ ਦੀ ਰੰਗਣ ਵਿੱਚ ਰੰਗ ਦੇਣ ਵਾਲਾ। ਪਹਿਲੇ ਪਾਤਸ਼ਾਹ ਕੌਣ? ਜਗ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ। ਕਾਫੀ ਘਰ ਦਸਵਾਂ। ਕਾਫੀ ਛੰਦ ਦਾ ਨਾਮ ਵੀ ਹੈ। ਕਹਿੰਦੇ ਜੇ ਵਿਚਾਰ ਗ੍ਰਹਿਣ ਕਰ ਲਓ ਇਸ ਸ਼ਬਦ 'ਚ ਤੁਹਾਨੂੰ ਕਾਫੀ ਗਿਆਨ ਮਿਲ ਜੂਗਾ। ਉਹ ਤਾਂ ਲਿਆ ਨਾ, ਅਸੀਂ ਕਾਫੀ ਪੀਣੀ ਸ਼ੁਰੂ ਕਰ ਦਿੱਤੀ। ਗੱਜ ਕੇ ਬੋਲੋ ਕਾਫੀ। ਅਤੇ ਕਾਫੀ ਨਾਲ ਸਰੀ ਜਾਂਦਾ। ਹੁਣ ਕਾਫੀ ਗਿਆਨ ਲੈਣ ਦੀ ਕੀ ਲੋੜ ਆ? ਘਰ ਦਸਵਾਂ, 10ਵੇਂ ਤਾਲ ਵਿੱਚ। ਘਰ ਨਾਮ ਹੁੰਦਾ ਤਾਲ ਦਾ, ਜੋੜੀ ਦਾ। 17 ਤਾਲ 'ਚ ਪੜਤਾਲ ਹੁੰਦਾ, ਕਈ ਤਾਲ ਪੈਂਦੇ ਵਿੱਚ ਉਹਦੇ। ਅੱਗੇ ਪੜ੍ਹੋ ਬਈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ। ਹੁਣ ਸਾਹਿਬ ਆਪਣਾ ਇੱਕ ਹੈਗਾ। ਹੁਣ ਤਾਂ ਸਾਹਿਬ ਵੀ ਬਹੁਤ ਬਣਾਏ ਹੋਏ ਆ। ਹੁਣ ਤਾਂ ਬਰਸਾਤ ਦੇ ਡਿਡੂ ਵਾਂਗੂ ਸਾਹਿਬ ਇੰਨੇ ਜੰਮ ਪਿਆ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ। ਸਾਹਿਬ ਤਾਂ ਮਹਾਰਾਜ ਸੀਗੇ, ਹੁਣ ਹਰੇਕ ਹੀ ਸਾਹਿਬ ਬਣਿਆ ਫਿਰਦਾ।
ਜਿਹੜਾ ਝਾੜੂ ਦਿੰਦਾ ਉਹ ਵੀ ਕਹਿੰਦਾ ਮੈਨੂੰ ਜਮਾਦਾਰ ਸਾਹਿਬ ਕਹੋ। ਗੱਜ ਕੇ ਬੋਲੋ। ਨਾ ਜਮਾਦਾਰ ਨਾ ਸਾਹਿਬ। ਸਾਹਿਬ ਤੇ ਉਰੇ ਨਹੀਂ ਖੜ੍ਹਦੇ। ਪਰ ਕਿਹੜਾ ਸਾਹਿਬ? ਨਿਰੰਕਾਰ ਪਰਮੇਸ਼ਰ। ਉਹ ਇੱਕ ਹੈ। ਉਹ ਕੈਸਾ ਹੈ? ਓਅੰਕਾਰ ਮੰਗਲ ਸਰੂਪ ਹੈ। ਇਹਨਾਂ ਸਾਹਿਬਾਂ ਦੇ ਮੱਥਿਆਂ 'ਤੇ ਤੂੜੀਆਂ ਨਹੀਂ ਲੈਣੀਆਂ। ਹਰ ਵੇਲੇ ਸੜੇ ਭੁਜੇ ਰਹਿੰਦੇ, ਪਰ ਉਹ ਤਾਂ ਹਰ ਵੇਲੇ ਮੰਗਲ ਸਰੂਪ, ਖੁਸ਼ੀਆਂ ਖੇੜੇ ਦੇਣ ਵਾਲਾ ਔਰ ਪ੍ਰਕਾਸ਼ ਰੂਪ, ਸਤ ਚੇਤਨ ਆਨੰਦ ਸਰੂਪ, ਸਤ ਸਰੂਪ, ਗੁਰੂ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨੂੰ। ਅਤੇ ਮਾਈਆਂ ਤਾਂ ਬਹੁਤੀਆਂ ਪ੍ਰਸ਼ਾਦੇ ਕਹਿੰਦੀਆਂ। ਪ੍ਰਸ਼ਾਦ ਹੁੰਦਾ ਫੁੱਲੀਆਂ ਹੋ ਗਏ, ਮਖਾਣੇ ਹੋਏ, ਪਤਾਸੇ, ਕੜਾਹ ਪ੍ਰਸ਼ਾਦ ਹੋ ਗਿਆ। ਪ੍ਰਸਾਦ ਦਾ ਮਤਲਬ ਕਿਰਪਾ ਹੈ। ਆਚਾਰਨ ਨਹੀਂ ਦੇਖਦੇ ਕੀ ਹੈ, ਸੰਥਿਆ ਕਰਨੀ ਨਹੀਂ। 550 ਸਾਲ ਹੋਇਆ, ਅਨਾਊਂਸਮੈਂਟ ਹੋਈ, ਇੰਨੇ ਹਜ਼ਾਰ ਜੀ ਸਹਿਜ ਪਾਠ ਕੀਤਾ। ਮੈਂ ਕਿਹਾ ਮੂਲ ਮੰਤਰ ਤਾਂ ਸਾਰਾ ਗਲਤ ਪੜ੍ਹਨ ਰਹੇ। ਸਪੀਕਰ ਸੁਣਦਾ ਸੀ ਸਾਨੂੰ। ਆਹ ਮੂਲ ਮੰਤਰ ਅਸ਼ੁੱਧ ਆ, ਸਿਰਫ ਫੋਕਾ ਹੀ ਦਮਗੱਜਾ। ਸੰਥਿਆ ਕਰਨੀ ਨਹੀਂ। ਉਹ ਹਾਲਤ ਇਹ ਬਣੀ ਹੋਈ ਆ ਸਾਡੀ। ਬਾਬਾ ਤਰਲੋਕ ਸਿੰਘ ਹੋਏ ਖਵਾਜੇ ਖੜਕ, ਬਾਬਾ ਜਵਾਲਾ ਹੁੰਦੇ ਕਿਰਪਾਈ। ਅੱਗੇ ਦਵਾਈਆਂ ਇੰਨੀਆਂ ਨੇ, ਕੁੱਤਾ ਹਲਕਿਆ ਕੱਟ ਜਾਏ ਨਾ ਅਤੇ ਮੰਤਰ ਦਾ ਇਲਾਜ ਹੁੰਦਾ ਸੀ। ਹੁਣ ਵੀ ਹੈਗਾ, ਸਹੀ ਹੈ ਬਿਲਕੁਲ, ਪੇਟੈਂਟ, ਕੋਈ ਟੀਕੇ ਦੀ ਲੋੜ ਨਹੀਂ। ਅਤੇ ਤੇਜਾ ਸਿੰਘ ਸੀ ਉੱਥੇ ਇੱਕ ਛੜਾ ਜੀ, ਉਹਨੂੰ ਵੀ ਮੰਤਰ ਦੱਸਤਾ ਸੰਤਾਂ ਨੇ, ਬਾਬਾ ਤਰਲੋਕ ਸਿੰਘ ਨੇ। ਇੱਕ ਦਿਨ ਸੰਤ ਕਹਿਣ ਲੱਗੇ, ਤੇਜਾ ਸਿੰਘ ਮੰਤਰ ਤਾਂ ਸੁਣਾ ਸਾਨੂੰ। ਉਹ ਜਦੋਂ ਮੰਤਰ ਪੜ੍ਹਿਆ ਅਤੇ ਅਸ਼ੁੱਧ ਗਲਤ। ਕਹਿੰਦੇ ਮੰਤਰ ਤੂੰ ਗਲਤ ਪੜ੍ਹਦਾ। ਉਹਨੇ ਇਹ ਨਹੀਂ ਕਿਹਾ ਮਹਾਰਾਜ ਸ਼ੁੱਧ ਕਰਾ ਦਿਓ। ਕਹਿੰਦਾ ਜੀ ਸ਼ੁੱਧ ਬੇਸ਼ੁੱਧ ਦਾ ਪਤਾ ਨਹੀਂ, ਜਿਹਦਾ ਫਾਂਡਾ ਕਰੀਦਾ ਉਹ ਇੰਨੇ ਰੁਪਈਏ ਦੇ ਜਾਂਦਾ। ਅੱਜ ਕੱਲ੍ਹ ਚਾਹੇ ਸ਼ੁੱਧ ਪਾਠ ਕਰੇ ਚਾਹੇ ਉਹ ਸ਼ੁੱਧ ਕਰੇ, ਪੂਜਾ ਇੱਕੋ ਜਿਹੀ ਹੈ। ਜਦੋਂ ਪੂਜਾ ਬਰਾਬਰ ਮਿਲਦੀ ਫਿਰ ਸ਼ੁੱਧ ਕਰਨ ਦੀ ਸੰਥਿਆ ਦੀ ਲੋੜ ਵੀ ਕੀ ਹੈ? ਫਿਰ ਸੰਥਿਆ ਕਾਹਲੇ ਕਰਨੀ ਹੈ? ਪੂਜਾ ਇੱਕੋ ਜਿਹੀ ਹੈ। ਪਾਠ ਕਰੋ ਨਾ ਕਰੋ, ਕੰਮ ਚੱਲੀ ਜਾਣਾ, ਪੂਜਾ ਬਰਾਬਰ ਮਿਲ ਜਾਣੀ ਹੈ। ਫਿਰ ਸੰਥਿਆ ਦੀ ਕੀ ਲੋੜ ਹੈ? ਇੱਥੇ ਅਸੀਂ ਖੜ੍ਹ ਗਏ ਅਤੇ ਸੌਖਾ ਕਰ ਲਿਆ, ਪਾਦਿਸ਼ੇਤ ਕਰ ਲਈਆਂ। ਅੱਗੇ ਜੋੜਵੇਂ ਅੱਖਰ ਹੁੰਦੇ ਸੀ, ਸੰਥਿਆ ਕਰਨੀ ਪੈਂਦੀ ਸੀ, ਹੱਥ ਲਿਖਤ ਬੀੜਾਂ ਸੀ, ਬੜੀ ਮਿਹਨਤ ਨਾਲ। ਹੁਣ ਸੌਖਾ ਕਰ ਲਿਆ। ਪਰ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮਾਨਸ ਜਨਮ ਦੁਲੰਭ। ਇਹ ਮਾਨਸ ਮਨੁੱਖ ਜਨਮ ਬੜਾ ਦੁਰਲੱਭ ਹੈ। ਗੁਰਮੁਖ ਪਾਇਆ। ਪਰ ਗੁਰਮੁਖਾਂ ਨੇ ਇਹਨੂੰ ਪਾ ਕੇ ਸਫਲ ਕੀਤਾ, ਮਨਮੁਖਾਂ ਨੇ ਗਵਾ ਲਿਆ। ਗੁਰਮੁਖ ਜਨਮ ਸਵਾਰ ਦਰ ਗਏ। ਅਤੇ ਰਾਗੀਆਂ ਨੇ ਤਾਂ ਸ਼ਬਦ ਪੜ੍ਹ ਦੇਣਾ, ਭਾਵੇਂ ਸ਼ਰਾਬ ਪੀ ਕੇ ਆਕੜਿਆ ਹੋਵੇ। ਅਤੇ ਮਾਈਆਂ ਜਿਹੜੇ ਮਕਾਣੀ ਜਾਣਗੀਆਂ, ਬੀਬੀ ਉਹ ਕਿੱਥੇ ਚਲੀਆਂ? ਫਲਾਣਾ ਜੀ ਪੂਰਾ ਹੋ ਗਿਆ। ਸਾਰੀ ਉਮਰ ਅਧੂਰਾ ਰਿਹਾ ਅਤੇ ਹੁਣ ਮਰ ਕੇ ਤੁਸੀਂ ਰਬੜ ਮੂੰਹ ਖਿੱਚ ਕੇ ਪੂਰਾ ਕਰ ਦਿਓਗੀਆਂ। ਹੁਣ ਪੂਰਾ ਹੋ ਗਿਆ। ਸਾਰੀ ਉਮਰ ਅਧੂਰਾ ਰਿਹਾ ਇਹ, ਹੁਣ ਮਰ ਕੇ ਪੂਰਾ ਹੋ ਗਿਆ। ਅੱਖਰ ਦੇਖੋ ਸਾਡੇ ਕਿਹੋ ਜਿਹੇ। ਜਾਂ ਸਵਰਗ ਸੁਧਾਰ ਗਿਆ ਜੀ। ਸਾਰੀ ਉਮਰ ਤਾਂ ਨਰਕ ਦੇ ਕੁੰਡ 'ਚ ਤੜਫਦਾ ਰਿਹਾ, ਹੁਣ ਜੀ ਇਹ ਸੱਚਖੰਡ ਵਾਸੀ ਹੋ ਗਿਆ। ਅੱਖਰ ਬੜੇ ਬੜੇ ਵਧੀਆ ਵਧੀਆ ਕੱਢ ਲੈ, ਕਿਉਂ ਜੀ ਇਹੋ ਜਿਹਾ ਵਰਤਾਂਗੇ ਤਾਂ ਅਗਲੇ ਚੜਾਵਾ ਚੰਗਾ ਦੇਣਗੇ। ਲੋੜ ਚੜਾਵੇ ਦੀ ਹੈ, ਸੱਚਾਈ ਦੀ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਮਾਨਸ ਜਨਮ ਦੁਲੰਭ ਹੈ ਤਾਂ ਦੁਰਲੱਭ, ਪਰ ਕਿਹਦਾ ਸਫਲ ਹੁੰਦਾ? ਗੁਰਮੁਖ ਪਾਇਆ। ਮਨਮੁਖ ਤਾਂ ਆਪਣਾ ਜਨਮ ਵਿਗਾੜ ਕੇ ਜਾਂਦੇ ਆ। ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਇਸ ਕਰਕੇ ਕਹਿੰਦੇ ਗੁਰਮੁਖ ਪਾਇਆ। ਗੁਰਮੁਖਾਂ ਨੇ ਮਨੁੱਖ ਜਨਮ ਪਾਇਆ, ਅੰਮ੍ਰਿਤ ਛਕ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਇਹਨੂੰ ਸਫਲ ਕਰ ਲਿਆ ਹੈ। ਮਨ ਤਨ ਹੋਏ ਝੁਲੰਭ। ਉਹਨਾਂ ਦੇ ਮਨ 'ਚ ਵੀ ਤਨ 'ਚ ਵੀ ਵਾਹਿਗੁਰੂ ਦੇ ਪਿਆਰ ਦਾ ਬੜਾ
ਉਚਾਰਿਤ ਦਾ ਰੋਮਾਂਚ ਹੁੰਦਾ ਹੈ। ਜੇ ਸਤਿਗੁਰ ਪਾਇਆ ਜੇ ਉਹਨਾਂ ਦੀ ਕੀਤੀ ਹੋਈ ਸੇਵਾ ਮਹਾਰਾਜ ਨੂੰ ਪਾ ਜਾਂਦੀ ਹੈ। ਜਦੋਂ ਕੁਰਮ ਸ਼ਹਿਰ 'ਚ ਗਏ ਨਾ, ਮਹਾਰਾਜ ਕਹਿੰਦੇ ਮਰਦਾਨਿਆਂ ਦੱਸ ਗੱਲ। ਕਹਿੰਦੇ ਮਹਾਰਾਜ ਮੇਰੇ ਇੰਨੇ ਸਵਾਸ ਰਹਿ ਗਏ। ਕਹਿੰਦੇ ਕਿਵੇਂ ਪਤਾ ਲੱਗਾ? ਕਹਿੰਦੇ ਆਪ ਜੀ ਦੀ ਕਿਰਪਾ ਨਾਲ ਭਾਈ ਬਾਲਾ ਜੀ ਨੂੰ ਕਿਹਾ ਸ਼ਾਹ ਰਾਗ 'ਤੇ ਉਂਗਲ ਰੱਖ ਕੇ ਗਿਣ। ਕਹਿੰਦੇ ਜੀ ਠੀਕ ਹੈ। ਕਹਿੰਦੇ ਮਰਦਾਨਿਆਂ 4 ਪ੍ਰਕਾਰ ਦਾ ਦਾਗ ਆ, ਜਲ ਪ੍ਰਵਾਹ, ਸੰਸਕਾਰ, ਦਬਾਉਣਾ, ਪਾਰਸਿਓਂ ਜੰਗਲ 'ਚ ਰੱਖਣਾ, ਕਿਹੜਾ ਕਰੀਏ? ਕਹਿੰਦੇ ਸਰੀਰ ਮੇਰਾ, ਇਹ ਤਾਂ ਸੰਗਤ ਦਾ। ਕਹਿੰਦੇ ਸੰਸਕਾਰ ਕਰਾਂਗੇ। ਫਿਰ ਮਰਦਾਨਾ 'ਚ ਸੰਸਕਾਰ ਕਰਕੇ ਉੱਥੇ ਬਹੁਤ ਬੜੀਆ ਮੰਦਰ ਬਣਾ ਦਈਏ, ਸੋਨੇ ਚਾਂਦੀ ਨਾਲ ਮੜ ਦਈਏ, ਹੀਰੇ ਜਵਾਹਰਾਤਾਂ ਨਾਲ। ਕਹਿੰਦੇ ਮਹਾਰਾਜ ਆਹ 5 ਤੱਤਾਂ ਦੀ ਮੜੋਲੀ 'ਚੋਂ ਕੱਢ ਕੇ ਪੱਥਰ ਦੀ ਮੜੋਲੀ 'ਚ ਪਾਉਂਦੇ ਆ, ਮੈਨੂੰ ਆਪਣੇ 'ਚ ਭੇਦ ਕਰ ਲਓ, ਆਪਣੀ ਜੋਤ ਨਾਲ ਜੋਤ ਰਲਾ ਦਿਓ। ਕਹਿੰਦੇ ਮਰਦਾਨਿਆਂ ਕਮਾਲ ਹੋ ਗਈ ਸਾਡੀ ਸੰਗਤ ਕਰਨ ਦੀ। ਇਹ ਹੈ ਸਿੱਖ ਦਾ ਜੀਵਨ, ਸਿੱਖ ਦਾ ਜੀਵਨ। ਭਾਈ ਬਾਲਾ 96 ਸਾਲ ਗੋਇੰਦਵਾਲ ਆਪਣੇ ਖਡੂਰ ਸਾਹਿਬ। ਕਹਿੰਦੇ ਬਾਲਿਆਂ ਨਾਲ ਰਹੇ ਹਾਂ, ਮਹਾਰਾਜ ਕੌਤਕ ਦੇਖੇ, ਅੰਮ੍ਰਿਤ ਪੀਂਦਾ ਰਿਹਾ, ਸਾਨੂੰ ਸੁਣਾ ਸੁਲਤਾਨਪੁਰ ਦਾ ਪੈੜਾ ਮੋਖਾ ਉਹ ਲਿਖਾਰੀ ਲਿਖਦਾ ਰਿਹਾ ਅਤੇ ਭਾਈ ਬਾਲਾ ਲਿਖਾਉਂਦਾ ਰਿਹਾ। ਸਰੋਤੇ ਗੁਰੂ ਅੰਗਦ ਸਾਹਿਬ 8-8 ਦਿਨ ਸਮਾਧੀ ਲੱਗ ਜਾਂਦੀ ਸੀ। ਅਤੇ ਹੁਣ ਆ ਨਵੇਂ ਗਿਆਨੀ ਜੰਮੇ ਆ, ਕਹਿੰਦੇ ਬਾਲਾ ਹੀ ਨਹੀਂ ਹੋਇਆ। ਇਹ ਭਾਈ ਗੁਰਦਾਸ ਨੇ ਨਾਂ ਨਹੀਂ ਲਿਖਿਆ। ਭਾਈ ਗੁਰਦਾਸ ਨੇ 13 ਗੁਰੂ ਨਾਨਕ ਦੇ ਸਿੱਖ ਲਿਖੇ ਆ। ਕੀ ਮਹਾਰਾਜ ਦੇ 13 ਸਿੱਖ ਸੀ? ਮਹੇਸ਼ਾ ਸੁਲਤਾਨਪੁਰ ਦਾ ਹੋਇਆ। ਜਿੱਦਣ 22 ਮੰਜੀਆਂ ਦਿੱਤੀਆਂ, ਭਾਈ ਗੁਰਦਾਸ ਵਿੱਚ ਬੈਠਾ ਸੀ, ਬਾਰ ਵਿੱਚ ਮਹੇਸ਼ੇ ਦਾ ਨਾਂ ਨਹੀਂ ਲਿਖ ਕੇ ਗਿਆ। ਵੀ ਜੇ ਲਿਖਣ 'ਚ ਇਕਾਈ ਰਹਿ ਗਈ ਤਾਂ ਇਹਦਾ ਮਤਲਬ ਮਹੇਸ਼ਾ ਹੋਇਆ ਨਹੀਂ। ਉੱਥੇ ਫੋਟੋ ਲੱਗੀ ਆ ਸੋਨੇ ਦੀ, ਮਹੇਸ਼ੇ ਦਾ ਨਾਂ ਲਿਖਿਆ ਹੋਇਆ। ਗੋਇੰਦਵਾਲ ਪੜ੍ਹ ਲਿਓ। ਹਾਂ ਇਹਨਾਂ ਗਿਆਨੀਆਂ ਦਾ ਪ੍ਰਚਾਰ। ਵੀ ਜੇ ਭਾਈ ਬਾਲਾ ਮਹਾਰਾਜ ਦਾ ਸਿੱਖ ਹੋਇਆ, ਹੋਰ ਸਿੱਖਾਂ ਨੂੰ ਆਪਾਂ ਮੰਨਦੇ ਹਾਂ, ਭਾਈ ਬਾਲੇ ਦੇ ਨਾਂ 'ਤੇ ਫਾਰਾ ਕਿਉਂ ਪੈ ਰਿਹਾ? ਕੀ ਤਕਲੀਫ ਹੋ ਰਹੀ ਹੈ? ਆਹ ਨਵੇਂ ਗਿਆਨੀ ਜਿਹੜੇ ਉੱਠੇ ਕਿ ਬਾਲਾ ਹੀ ਨਹੀਂ ਹੋਇਆ, ਉਹਨਾਂ ਦੀ ਸਮਾਧ ਆ ਖਡੂਰ ਸਾਹਿਬ, ਉੱਥੇ ਸਮਾਏ। ਗੁਰੂ ਅੰਗਦ ਸਾਹਿਬ ਨੇ ਉਹਨਾਂ ਦੀ ਸਾਰੀ ਪ੍ਰਕਿਰਿਆ, ਸਾਰੀ ਰਸਮ ਕੀਤੀ ਹੈ। ਕਿਵੇਂ ਦੁਬਦਾ ਪਾ ਪਾ ਕੇ ਲੋਕਾਂ ਨੂੰ ਨਿਸ਼ਰਦ ਕੀਤਾ ਜਾ ਰਿਹਾ। ਐਸੇ ਲੋਕਾਂ ਤੋਂ ਸਾਵਧਾਨ ਰਿਹਾ ਕਰੋ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੇ ਸਤਿਗੁਰ ਪਾਇਆ ਜੇ ਸਤਿਗੁਰੂ ਨੂੰ ਉਹਨਾਂ ਦਾ ਕੀਤਾ ਪਿਆਰ, ਉਹਨਾਂ ਦੀ ਕੀਤੀ ਭਗਤੀ, ਉਹਨਾਂ ਦਾ ਗਿਆਨ ਧਿਆਨ ਭਾ ਗਿਆ, ਮਨਜ਼ੂਰ ਹੋ ਗਿਆ। ਚੱਲੈ ਜਨਮ ਸਵਾਰ ਉਹ ਗੁਰਮੁਖ ਪਿਆਰੇ ਆਪਣਾ ਜਨਮ ਸਵਾਰ ਕੇ ਚਲੇ ਜਾਂਦੇ ਹਨ। ਵਖਰ ਸੱਚ ਲੈ ਉਹ ਸੱਚਾ ਬਖਰ ਨਾਮ ਰੂਪ ਪੂੰਜੀ ਲੈ ਕੇ ਜਾਂਦੇ ਹਨ। ਪਤ ਪਾਏ ਦਰਬਾਰ ਉਹ ਸੱਚੇ ਦੀ ਦਰਬਾਰ ਵਿੱਚ ਇੱਜ਼ਤ ਪਾਉਂਦੇ ਆ, ਸਰੂਪਾ ਮਿਲਦਾ, ਜੀ ਆਇਆਂ ਮਿਲਦੀ ਹੈ, ਸਤਿਕਾਰ ਪਿਆਰ ਮਿਲਦਾ ਹੈ। ਸਤਿਗੁਰ ਸ਼ਬਦ ਭੈ ਸਤਿਗੁਰੂ ਦੇ ਸ਼ਬਦ ਦੇ ਭੈ ਵਿੱਚ ਰਹਿ ਕੇ, ਵਿਚਾਰ ਵਿੱਚ ਰਹਿ ਕੇ, ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਨ ਤਨ ਸੱਚ ਸਲਾਹੀ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਉਸ ਪਰਮੇਸ਼ਰ ਦੀ ਸੇਵਾ ਕਰਦੇ, ਨਾਲ ਸਿਮਰਨ ਕਰਦੇ, ਨਾਲ ਉਹਦੀ ਉਸਤਤ ਸ਼ਲਾਘਾ ਕਰਦੇ ਹਨ। ਸਾਚੇ ਮਨ ਪਾਇਆ ਐਸੇ ਗੁਰਸਿੱਖ ਜਿਹੜੇ ਆ ਉਹ ਸੱਚੇ ਦੇ ਮਨ ਨੂੰ ਭਾ ਜਾਂਦੇ। ਬਾਬਾ ਮੱਝਮੂ 84 ਪਿੰਡਾਂ ਦੀ ਚੌਧਰ ਨੂੰ ਠੁੱਡ ਮਾਰ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਕਿ ਨਹੀਂ? ਹੁਣ ਤਾਂ ਅਸੀਂ ਬਹੁਤ ਆਫਰੇ ਫਿਰਦੇ ਹਾਂ, ਅਮੀਰ ਜਾਦੇ ਬਣ ਗਏ। ਸਰੋਵਰ ਵੀ ਗਰੀਬਾਂ ਵਾਸਤੇ, ਨਹਾਉਣ ਲਈ ਪੰਗ 'ਚ ਬਹਿਣਾ ਵੀ ਗਰੀਬਾਂ ਦਾ। ਅੱਜ ਨੇ ਲੀਡਰ ਚੌਧਰੀ ਹੈ, ਥੋੜ੍ਹੀ ਨਹਾਉਂਦੇ ਦੇਖੇ ਕਦੀ ਸਰੋਵਰ 'ਚ ਅੰਮ੍ਰਿਤਸਰ ਜਾਂ ਪੰਗ 'ਚ ਬੈਠੇ? ਇਹ ਤਾਂ ਕਹਿੰਦੇ ਸਪੈਸ਼ਲ ਖਾਣਾ ਚਾਹੀਦਾ, ਅਤੇ ਸਰਾਵਾਂ 'ਚ ਵੀ ਸਪੈਸ਼ਲ ਕਮਰੇ ਇਹਨਾਂ ਨੂੰ। ਇਸ ਵਾਸਤੇ ਉਹ ਜਿਹੜੇ ਗੁਰਮੁਖ ਸੀ, ਕਿਵੇਂ ਘਾਲਣਾ ਕਾਲੀਆਂ ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਉਹਨਾਂ ਦੇ ਜੀਵਨ ਸਾਡੇ ਵਾਸਤੇ ਮਸਾਲਾ ਆ ਗੁਰਸਿੱਖਾਂ ਦੇ। ਪਰ ਇਤਿਹਾਸ ਸੁਣਾਂਗੇ, ਪੜ੍ਹਾਂਗੇ, ਵਿਚਾਰਾਂਗੇ, ਫਿਰ ਹੀ ਪਤਾ ਲੱਗੇਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਸਾਚੇ ਮਨ ਪਾਇਆ
ਸੱਚੇ ਦੇ ਮਨ ਨੂੰ ਉਹਨਾਂ ਦੀ ਕੀਤੀ ਸੇਵਾ, ਉਹਨਾਂ ਦਾ ਕੀਤਾ ਸਿਮਰਨ ਭਾ ਜਾਂਦਾ ਹੈ। ਲਾਲ ਰਤਾ ਮਨ ਮਾਨਿਆ, ਲਾਲ ਪਿਆਰੇ ਦੇ ਪਿਆਰ ਵਿੱਚ ਉਹਨੇ ਆਪਣੇ ਮਨ ਨੂੰ ਰੱਤਾ ਰੰਗ ਲਿਆ। ਔਰ ਗੁਰੂ ਮਹਾਰਾਜ ਜਾਣੀ ਜਾਣਿਆ, ਉੱਥੇ ਹੇਰਾ ਫੇਰੀ ਚੱਲਦੀ ਨਹੀਂ। ਕਹਿੰਦੇ ਗੁਰੂ ਦਾ ਮਨ ਮੰਨ ਜਾਂਦਾ, ਹਾਂ ਵੀ ਇਹ ਸੱਚਾ ਪ੍ਰੇਮੀ। ਉੱਥੇ ਕਪਟ ਸਨੇਹੀ ਜਿਹੜਾ ਨਾ, ਉਹ ਨਹੀਂ ਪ੍ਰਵਾਨ ਹੁੰਦਾ। ਉੱਥੇ ਸੱਚੇ ਪ੍ਰੇਮ ਵਾਲਾ, ਜਿਵੇਂ ਭਗਤ ਰਵਿਦਾਸ, ਸਾਚੀ ਜੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੈ। ਤੇ ਦੂਆ ਪਾਠ ਸੰਪਰਦਾਇ, ਤੁਮਨ ਤੋਰੋ ਹਮ ਨਹੀਂ ਤੋਰੈ। ਇਹ ਪ੍ਰੀਤੀ ਸੱਚੀ, ਇਸ ਕਰਕੇ ਕਹਿੰਦੇ ਆ ਉਹਨੇ ਪੂਰਾ ਗੁਰੂ ਪਾ ਲਿਆ ਹੈ। ਗੁਰ ਪੂਰਾ ਪਾਇਆ, ਪੂਰਾ ਗੁਰੂ ਪਾ ਲਿਆ। ਗੁਰੂ ਤਾਂ ਸਾਨੂੰ ਪੂਰਾ ਮਿਲ ਗਿਆ। ਅੱਜ ਪੂਰੇ ਗੁਰੂ 'ਤੇ ਯਕੀਨ ਨਹੀਂ। ਸੁਣਾ ਵੀ, ਮੈਂ ਫਲਾਣੇ ਤੋਂ ਦਾ ਨਾਮ ਲੈ ਕੇ ਆਇਆ। ਨਾਮਦਾਨ, ਹੁਣ ਮੂਲ ਮੰਤਰ 'ਤੇ ਯਕੀਨ ਨਹੀਂ। ਇਹ ਨਹੀਂ ਨਾਮਦਾਨ ਰਿਹਾ, ਗੁਰਮੰਤਰ ਨਾਮਦਾਨ ਨਹੀਂ ਰਿਹਾ। ਘਰ ਦੇ ਜਿੰਨੇ ਜੀ ਉਨਿਆਂ ਦੇ ਉਨੇ ਗੁਰੂ ਆ। ਇੱਕ ਦੇਵੀ ਦਾ ਚੇਲਾ, ਇੱਕ ਗਣੇਸ਼ ਦਾ, ਇੱਕ ਹਨੂੰਮਾਨ ਦਾ, ਇੱਕ ਭੈਰੋਂ ਦਾ। ਜਿੰਨੇ ਘਰ ਦੇ ਜੀ ਨਾ, ਉਨਿਆਂ ਨੇ ਉਨੇ ਗੁਰੂ ਬਣਾਏ ਹੋਏ ਆ। ਰੋਜ਼ ਟਿੰਡ ਖੜਕਦੀ ਹੈ, ਉੱਧਰ ਨੂੰ ਚੱਲ, ਉੱਧਰ ਨੂੰ ਚੱਲ, ਘੜੀ ਸੋ ਘੜੀ ਸੀ ਹੁੰਦੀ ਹੈ। ਤੂੰ ਚੱਲ ਕੇ ਦੇਖ ਤਾਂ ਸਹੀ, ਚਾਹ ਦਾ ਕੱਪ 3 ਪੈਸੇ ਨੂੰ ਮਿਲਦਾ। ਪਹਿਲਾਂ ਉੱਥੇ ਕਿਰਾਇਆ ਖਰਚੂ ਤਾਂ ਹੀ 3 ਪੈਸਿਆਂ ਦਾ ਪੀਊਗਾ। ਉੱਥੇ ਦਾਲ ਬੜੀ ਸਸਤੀ ਮਿਲਦੀ ਹੈ। ਉੱਥੇ ਦਾਲਾਂ ਖਰੀਦਣ ਜਾਂਦੇ ਕਿ ਨਾਮਦਾਨ ਖਰੀਦਣ ਜਾਂਦੇ ਆ। ਅੱਜ ਕੱਲ੍ਹ ਇਹ ਕੰਮ ਬੜਾ ਚੱਲਿਆ ਹੋਇਆ। ਨਾਲ ਸਟੋਰ ਖੋਲ੍ਹ ਦਿੱਤੇ ਉਹਨਾਂ ਨੇ, ਵਪਾਰ ਹੋ ਰਿਹਾ ਨਾਲ, ਮੂਲੀਆਂ ਗਾਜਰਾਂ ਵਿਕਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਹੈ? ਪੂਰਾ। ਪੂਰਾ ਕੌਣ ਹੈ? ਪੂਰਾ ਤਾਂ ਉਹੀ ਹੈ ਜਿਹਨੂੰ ਨਿਰੰਕਾਰ ਨੇ ਪੂਰਾ ਕੀਤਾ। ਗੁਰ ਪੂਰਾ ਭੇਟਿਓ ਬਡਭਾਗੀ, ਮਨੇ ਪਿਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਪੂਰੇ ਸਤਿਗੁਰੂ ਥੋੜ੍ਹੇ ਨਾਨਕ ਬਣ ਕੇ ਗਏ ਸੀ ਰਾਜੇ ਸ਼ਿਵ ਨਭ ਕੋ। ਬਣੇ ਸੀ ਨਾ, ਫੇਲ ਹੋ ਗਿਆ। ਤੇ ਨਾਨੂ ਪੰਡਤ ਵੀ ਕਹਿੰਦਾ ਭਵਿਸ਼ਤ ਪੁਰਾਣ ਜਿਹੜਾ ਲਿਖਿਆ ਨਾ ਨਾਨਕ ਦਾ, ਉਹ ਮੈਂ ਹੀ ਹਾਂ। ਕੁਰੂਕਸ਼ੇਤਰ ਸੂਰਜ ਗ੍ਰਹਿਣ ਦੇ ਮੇਲੇ ਤੇ ਜਿਹੜੇ ਮਹਾਰਾਜ ਨੇ ਕੌਤਕ ਦਿਖਾਇਆ, ਕਹਿੰਦਾ ਮੈਂ ਤਾਂ ਭੁੱਲਾ ਹੀ ਰਿਹਾ, ਅਸਲੀ ਨਾਨਕ ਤਾਂ ਇਹੀ ਹੈ। ਗੱਜ ਕੇ ਬੋਲੋ। ਅੱਜ ਵੀ ਬਹੁਤ ਬਣਨ ਦੀ ਕੋਸ਼ਿਸ਼ ਕਰਦੇ ਆ। ਕੋਈ ਤਾਂ ਕਲਗੀ ਲਾ ਕੇ ਮੈਂ ਕਲਗੀਧਰ ਬਣ ਜਾਊਂਗਾ। ਕਲਗੀਆਂ ਦਾ ਘੋੜਿਆਂ ਦੇ ਵੀ ਬੰਨੀ ਫਿਰਦੇ ਆ ਲੋਕ। ਕਲਗੀਧਰ ਬਣ ਗਏ। ਕੁੱਕੜ ਦੇ ਵੀ ਕਲਗੀ ਹੁੰਦੀ ਹੈ। ਕਲਗੀਆਂ ਲਾਉਣ ਨਾਲ ਕੋਈ ਕਲਗੀਧਰ ਨਹੀਂ। ਕਲਗੀ ਉਹ ਹੈ ਜਿਹੜੀ ਔਰੰਗਜ਼ੇਬ ਦੇ ਅੱਗੇ ਝੁਕੀ ਨਹੀਂ, ਕਲਗੀਆਂ ਵਾਲੇ ਦੀ। ਹਿੰਦੁਸਤਾਨ ਦੀਆਂ ਸਾਰੀਆਂ ਕਲਗੀਆਂ ਔਰੰਗਜ਼ੇਬ ਦੇ ਅੱਗੇ ਝੁਕ ਗਈਆਂ, ਤੋੜ ਮਰੋੜ ਕੇ ਰੱਖ ਦਿੱਤੀਆਂ। ਇਹ ਆ ਕਲਗੀ। ਇਹ ਕਲਗੀ ਕਾਇਮ ਰੱਖਣ ਲਈ ਪਿਤਾ ਪੁੱਤਰ ਪਰਿਵਾਰ ਸਾਰਾ ਕੁਛ ਕੁਰਬਾਨ ਕੀਤਾ। ਐਵੇਂ ਨਹੀਂ ਕਲਗੀਆਂ ਉੱਚੀਆਂ ਸੁੱਚੀਆਂ ਰਹੀਆਂ ਪਾਤਸ਼ਾਹ ਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਹੋ ਜੀਵਾ ਗੁਣ ਸਾਰ, ਸਾਰ ਜਿਹੜੇ ਸ੍ਰੇਸ਼ਟ ਗੁਣ, ਉਹਨਾਂ ਨੂੰ ਗ੍ਰਹਿਣ ਕਰਕੇ ਜਿੰਦੇ ਹਾਂ। ਉਹ ਸਾਡਾ ਜੀਵਨ ਦਾ ਆਧਾਰ ਹਨ। ਅੰਤਰ ਤੂੰ ਵਸੈ, ਜਦੋਂ ਸ਼ੁਭ ਗੁਣ ਆ ਜਾਂਦੇ, ਹਿਰਦਾ ਪਵਿੱਤਰ ਹੋ ਜਾਂਦਾ। ਉਹ ਤਾਂ ਲੱਜਦਾ ਫਿਰਦਾ, ਮੈਂ ਕਿੱਥੇ ਜਾ ਕੇ ਬੈਠਾਂ। ਦਿਲ ਕਾ ਹੁਜਰਾ ਸਾਫ ਕਰ, ਜਾਨਾ ਕੇ ਪਾने के लिए, ਧਿਆਨ ਗੈਰੋਂ ਕਾ ਉਠਾ, ਖੁਦਾ ਕੋ ਬਿਠਾने के लिए। ਇਹ ਹਿਰਦਾ ਤਾਂ ਹੋਰ ਚੀਜ਼ਾਂ ਨਾਲ ਭਰਿਆ ਹੋਇਆ, ਬੈਠੇ ਕਿੱਥੇ? ਕੂੜਾ ਕਬਾੜਾ ਥੋੜ੍ਹਾ। ਜਿਹੜੇ ਗੁਰਦੁਆਰੇ ਜਾਈਦਾ, ਮਹਾਰਾਜ ਪ੍ਰਕਾਸ਼ ਹੈ ਨਾ, ਉੱਥੇ ਆਪਣੇ ਢੋਲ ਰੱਖੇ ਹੁੰਦੇ ਆ, ਉਹਨੂੰ ਕੂੜਾਦਾਨ ਕਹਿੰਦੇ ਨਾ। ਕਈ ਤਾਂ ਗੁਰਦੁਆਰੇ ਆ ਕੇ ਆਪਣੇ ਆਪ ਨੂੰ ਕੂੜਾਦਾਨ ਬਣਾਉਂਦੇ ਆ। ਬਸ ਨਿੰਦਿਆ ਚੁਗਲੀ ਔਗਣਾਂ ਨੇ ਭਰ ਕੇ ਲੈ ਜਾਣਾ। ਅਤੇ ਕਈ ਫਿਰ ਗੁਰੂ ਗ੍ਰੰਥ ਸਾਹਿਬ ਹਿਰਦੇ 'ਚ ਵਸਾਉਂਦੇ ਆ। ਗੱਜ ਕੇ ਬੋਲੋ। ਕੂੜਾਦਾਨ ਨਾ ਬਣਾਇਓ ਗੁਰਦੁਆਰੇ ਆ ਕੇ। ਇਹ ਹਿਰਦੇ ਨੂੰ ਗੁਰੂ ਨਾਨਕ ਦਾ ਸਥਾਨ ਬਣਾਇਓ। ਪਾਤਸ਼ਾਹ ਦੱਸਦੇ ਹਨ, ਤੂੰ ਵਸਹਿ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਸ਼ੁੱਧ ਆ, ਉਹਨਾਂ ਦੇ ਮਨਾਂ 'ਚ ਆਪ ਜੀ ਸਦਾ ਨਿਵਾਸ ਕਰਦੇ ਹੋ। ਸਹਿਜੇ ਰਸ ਰਸੈ, ਸਹਿਜ ਵਿਚਾਰ ਦੁਆਰਾ ਰਸ ਨਾ ਬਾਣੀ ਪੜ੍ਹਦੇ ਹੋਏ, ਰਸ ਹੈ ਰਸ ਨੂੰ ਪਾ ਕੇ
ਰਸਦਾਈ ਆਨੰਦਦਾਈ ਜੀਵਨ ਵਾਲੇ ਬਣ ਜਾਂਦੇ ਹਨ। ਮੂਰਖ ਮਨ ਸਮਝਾਏ, ਇਹ ਮੂਰਖ ਮਨ ਨੂੰ ਅਸੀਂ ਬਾਰ-ਬਾਰ ਸਮਝਾਉਂਦੇ ਹਾਂ। ਆਖੋ ਕੀਤੜਾ, ਕਿੰਨੀ ਵੇਰੀ ਨੂੰ ਉਪਦੇਸ਼ ਦਿੰਨੇ, ਤੂੰ ਭੈੜੇ ਪਾਸੇ ਨਾ ਜਾ, ਇਹ ਕੋਟਰ ਮਨਾ। ਗੁਰਮੁਖ ਹਰ ਗੁਣ ਗਾਏ, ਜਿਹੜੇ ਗੁਰਮੁਖ ਹਮੇਸ਼ਾ ਹਰੀ ਦੇ ਗੁਣ ਗਾਉਂਦੇ ਹਨ। ਰੰਗ ਰੰਗੀਤੜਾ, ਪਰਮਾਤਮਾ ਦੇ ਰੰਗ 'ਚ ਰੰਗੇਤੜਾ, ਉਹਨੇ ਗੁਰੂ ਲਲਾਰੀ ਤੂੰ ਆਪਣੇ ਆਪ ਨੂੰ ਰੰਗਾ ਲਿਆ ਹੈ। ਨਿਤ ਨਿਤ ਹਿਰਦੈ ਸਮਾਏ, ਹਿਰਦੇ ਵਿੱਚ ਹਮੇਸ਼ਾ ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ। ਪ੍ਰੀਤਮ ਆਪਣਾ, ਆਪਣੇ ਪਿਆਰੇ ਪ੍ਰੀਤਮ ਨੂੰ। ਅਸੀਂ ਗੁਰੂ ਨੂੰ ਆਪਣਾ ਹੀ ਨਹੀਂ ਬਣਾਇਆ, ਉਹਨੂੰ ਨਹੀਂ ਬਣਾਇਆ। ਜਿਹਨੇ ਬਣਾ ਲਿਆ ਬੰਦ ਕੱਟੇ ਗਏ, ਆਰੇ ਫਿਰ ਗਏ, ਜਬੂਰਾਂ ਨਾਲ ਮਾਸ ਨੋਚੇ ਗਏ। ਅਤੇ ਅੱਜ ਮਾੜਾ ਜਿਹਾ ਸੰਕਟ ਆ ਜਾਏ ਨਾ, ਇੱਕਦਮ ਨਾ ਧਰਮ ਰਿਹਾ ਨਾ ਧੜਾ ਰਿਹਾ। ਹੁਣ ਤਾਂ ਡਿੱਡੂ ਹੀ ਛਿੜਪੇ ਆ ਗੁਰਬਖਸ਼, ਆ ਰੋਜ਼ ਪਾਰਟੀਆਂ ਬਦਲਦੇ ਆ। ਕੋਈ ਰਹਿ ਗਿਆ ਦੀਨ ਮਾਜਵੀ ਨਾ ਰਾਜਨੀਤਿਕ ਲੋਕਾਂ ਦਾ, ਪਤਾ ਹੀ ਨਹੀਂ, ਵਿਸ਼ਵਾਸ ਹੀ ਨਹੀਂ। ਮਹਾਰਾਜ ਕਹਿੰਦੇ ਆਪਣਾ ਪ੍ਰਤੀਤ ਆਪ ਹੀ ਖੋਵੈ, ਬਹੁ ਰੁਸ ਕਾ ਵਿਸ਼ਵਾਸ ਨਾ ਹੋਵੇ। ਇਹ ਹਾਲ ਇਹਨਾਂ ਰਾਜਨੀਤਿਕਾਂ ਦਾ ਬਣਿਆ ਹੋਇਆ। ਨਿਤ ਨਿਤ ਹਿਰਦੈ ਸਮਾਲ, ਹਮੇਸ਼ਾ ਹਮੇਸ਼ਾ ਹਿਰਦੇ ਵਿੱਚ ਪਰਮਾਤਮਾ ਪ੍ਰੀਤਮ ਜਿਹੜਾ ਆਪਣਾ, ਉਹਨੂੰ ਚੇਤੇ ਕਰਨਾ ਕਰ। ਪ੍ਰੀਤਮ ਆਪਣਾ, ਆਪਣੇ ਪ੍ਰੀਤਮ ਨੂੰ ਚੇਤੇ ਕਰ। ਜੇ ਚੱਲੈ ਗੁਣ ਨਾਲ, ਹਾਂ, ਜੇ ਤੂੰ ਗੁਣ ਲੈ ਕੇ ਸੰਗਤ ਦੇ ਨਾਲ ਚੱਲੇਗਾ, ਰਲ ਕੇ ਤੁਰੇਗਾ, ਨਾਹੀ ਦੁੱਖ ਸੰਤਾਪਣਾ, ਫਿਰ ਤੈਨੂੰ ਨਾ ਕੋਈ ਦੁੱਖ ਹੋਵੇਗਾ ਨਾ ਸੰਤਾਪ ਹੋਵੇਗਾ। ਇਹ ਤਾਂ ਸੰਗਤ ਦੀ ਮਿਹਰ ਹੋ ਜਾਣੀ, ਬਰਕਤਾਂ ਪ੍ਰਾਪਤ ਹੋ ਜਾਣੀਆਂ ਹਨ। ਮਨ ਮੁਖ ਭਰਮ ਭੁਲਾਣਾ, ਇਹ ਜਿਹੜੇ ਮਨਮੁਖ ਭਰਮਾਂ 'ਚ ਪੈ ਕੇ ਭੁੱਲੇ ਹੋਏ ਆ, ਦੂਜਿਆਂ ਨੂੰ ਵੀ ਭੁਲਾਈ ਜਾਂਦੇ ਹਨ। ਫਲਾਣੇ ਦਾ ਨਾਮ ਮਿਲੇਗਾ, ਉਹ ਜੀ ਜੋਤ ਜਗਾਉਂਦੇ ਆ। 10 ਦੁਆਰੇ ਇੱਥੋਂ ਕੋਚ ਫੈਕਟਰੀ 'ਚ ਆ ਗਿਆ ਗੁਰਬਖਸ਼। ਆ ਜਿਹੜੇ ਅੱਜ ਕੱਲ੍ਹ ਕਰਦੇ ਆ, ਕੈਂਸੀ ਦੀ ਲੈ ਲਈ ਥਾਲੀ, ਕਹਿੰਦੇ ਅੱਖਾਂ ਮੀਟ ਲਓ। ਅੱਖਾਂ ਮਿਟਾ ਲਈਆਂ, ਉਹ ਦਾਣੇ ਜਿਹਾ ਖੜਕਾਈ ਜਾਣ ਵੀ ਅਨਾਹਤ ਬਾਜਾ ਵੱਜ ਰਿਹਾ। ਆਨਾ ਤੇ ਉਰੇ ਨਹੀਂ ਕੱਢਦੇ ਹੈਂ, ਪੱਬਾਂ ਪਰ ਬਹਾਲ ਲੈਣਾ ਅਤੇ ਕੰਨਾਂ 'ਚ ਉਂਗਲੀਆਂ ਦਵਾ ਲੈਣੀਆਂ। ਉਹ ਜਿਹੜੇ ਪੱਬਾਂ ਪਰ ਬੈਠੇ, ਭਾਫ ਨਿਕਲਦੀ ਅੰਦਰੋਂ, ਉਹ ਘੂੰ ਹੁੰਦੀ ਨਾ ਨਾੜੀਆਂ ਦੀ, ਕੋਈ ਬਰੀਕ ਹੁੰਦੀ ਕੋਈ ਮੋਟੀ ਹੁੰਦੀ ਹੈ। ਕਹਿੰਦੇ ਜੀ ਅਨਹਦ ਬਾਜਾ ਵੱਜ ਰਿਹਾ ਹੈ। ਇਸ ਤਰ੍ਹਾਂ ਲੋਕਾਂ ਨੂੰ ਭੰਬਲ ਭੂਸਾ ਜਿਹਾ ਪਾ ਕੇ ਜਾਂ ਅੱਖਾਂ ਜਿਹੀਆਂ ਦੱਬ ਕਿਉਂ ਕਰਨੀਆਂ? ਅੱਖਾਂ 'ਚ ਸੂਰਜ ਦਾ ਤੱਤ ਅੱਗ ਦਾ ਉਜਲੇ ਨੱਪਦੇ ਆ ਨਾ, ਅਤੇ ਉਹ ਟਣਾਣਾ ਜਿਹਾ ਦਿਸੂਗਾ। ਕਹਿੰਦੇ ਲਓ ਤੁਹਾਡੇ ਅੰਦਰ ਜੋਤ ਜਗਾਤੀ। ਆ ਜੋਤਾਂ ਜਗਾ ਰਹੇ ਅਤੇ ਸਾਡੇ ਲੋਕ ਭੰਬਲ ਭੂਸੇ ਪਏ ਹੋਏ। ਗੁਰੂ ਨਾਨਕ ਸਾਹਿਬ ਦੇ ਘਰ 'ਤੇ ਸਾਡਾ ਯਕੀਨ ਨਹੀਂ। ਗੁਰੂ ਗ੍ਰੰਥ ਸਾਹਿਬ ਜਗ ਦੀ ਜੋਤ ਹੈ, ਹੋਰ ਜੋਤ ਕਿਹੜੀ ਦੇਖਣੀ ਹੈ? ਇਹ ਤਾਂ ਸਦਾ ਜਗ ਰਹੀ ਹੈ, ਬੁਝਦੀ ਨਹੀਂ ਕਦੀ। ਨਾ ਤੇਲ ਪਾਉਣ ਦੀ ਲੋੜ, ਨਾ ਬੱਤੀ ਪਾਉਣ ਦੀ ਲੋੜ। ਅਕਾਲੀ ਜੋਤ, ਇਹਦੇ 'ਤੇ ਵਿਸ਼ਵਾਸ ਨਹੀਂ। ਅਤੇ ਜਿਹਦਾ ਇਹਦੇ 'ਤੇ ਵਿਸ਼ਵਾਸ ਬਣ ਗਿਆ, ਬਾਬਾ ਆਨੰਦ ਸਿੰਘ, ਬਾਬਾ ਜਵੰਦ ਸਿੰਘ, ਰਾਜਾ ਸਾਂਸੀ ਵਾਲੇ, ਵਰਲਡ ਵਿੱਚ ਏਅਰਪੋਰਟਾਂ, ਇੱਕ ਸੰਤ ਆ ਜਿਹਦਾ ਨਿਸ਼ਾਨ ਏਅਰਪੋਰਟ 'ਚ ਝੁਲਦਾ ਵਰਲਡ ਵਿੱਚ, ਬਾਬਾ ਜਵੰਦ ਸਿੰਘ ਜੀ ਮਹਾਰਾਜ, ਰਾਜਾ ਸਾਂਸੀ। ਹੋ ਗਿਆ ਵੀ ਕਹਿੰਦੇ ਪ੍ਰਤੱਖ ਜੋਤ ਆ। ਬਹਿ ਗਿਆ, 8 ਦਿਨ ਬੀਤ ਗਏ, ਐਉਂ ਹੱਥ ਨਿਕਲਿਆ। ਮਹਾਰਾਜ ਸਾਖਿਆਤ ਮਹਾਰਾਜ ਆ ਗਿਆ। ਕਹਿੰਦੇ ਕੀ ਚਾਹੁੰਦੇ? ਬਾਬਾ ਨਾਨਕ ਸਿੰਘ ਦੇ ਆਪਣੇ ਨੂੰ ਆਪਣੇ ਬਣਾ ਲਓ। ਜਵੰਦ ਸਿੰਘ ਜਦੋਂ ਮਹਾਰਾਜ ਕੀਰਤਨ ਕਰਾਂ ਅਤੇ ਤੁਸੀਂ ਮੋਹਰੇ ਬੈਠਿਆ ਕਰੋ। ਕਹਿੰਦੇ ਐਸੇ ਹੀ ਹੋਏਗਾ। ਇਹ ਹੈ ਜਗ ਦੀ ਜੋਤ, ਜਗ ਦੀ ਜੋਤ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅਨਹਦ ਨਾਦ ਆ। ਇਸ ਤੋਂ ਵੱਡਾ ਅਨਹਦ ਨਾਦ ਕਿਹੜਾ? ਅਨਹਦ ਬਾਣੀ ਪੂੰਜੀ ਅਤੇ ਸਤਿਗੁਰ ਹੱਥ ਰਾਖੀ ਕੁੰਜੀ। ਗੁਰੂ ਤੋਂ ਗਿਆਨ ਲੈ ਕੇ ਬਾਣੀ ਪੜ੍ਹਾਂਗੇ, ਆ ਘੂੰ ਬਾਜਿਆਂ ਦੀ ਲੋੜ ਨਹੀਂ। ਫਿਰ ਤਾਂ ਜਰਰੇ ਜਰਰੇ ਵਿੱਚ ਅਕਾਲ ਪੁਰਖ ਦੀ ਧੁਨਕਾਰ ਸੁਣਾਈ ਦੇਵੇਗੀ। ਐਸਾ ਅਨਹਦ ਨਾਦ ਜਿਹੜਾ ਜਰਰੇ ਜਰਰੇ 'ਚ ਸੁਣਾਈ ਦੇਵੇਗਾ, ਕੰਨਾਂ ਦੀ ਘੂੰ ਵਾਲਾ ਨਹੀਂ। ਪਾਤਸ਼ਾਹ ਕਿਰਪਾ ਕਰਦੇ ਹਨ। ਮਨ ਮੁਖ ਭਰਮ ਭੁਲਾਣਾ, ਇਹ ਜਿਹੜੇ ਮਨਮੁਖ ਲੋਕ ਇਹੋ ਜਿਹੀਆਂ ਬਡੰਬਨੀ ਗੱਲਾਂ ਸੁਣ ਕੇ
ਭਰਮਾਂ 'ਚ ਭੁੱਲੇ ਫਿਰਦੇ ਹਨ। ਨਾ ਤਿਸ ਰੰਗ ਹੈ, ਉਹਨਾਂ ਨੂੰ ਕੋਈ ਪਰਮਾਤਮਾ ਦੇ ਪਿਆਰ ਦਾ ਰੰਗ ਨਹੀਂ ਚੜ੍ਹਦਾ ਹੈ। ਮਰਸੀ ਹੋਏ ਵਿਡਾਣਾ, ਜਦੋਂ ਮਰ ਜਾਂਦੇ ਬਗਾਨਾ ਜਮਾਂ ਦੇ ਵਸ ਪੈ ਜਾਂਦੇ ਹਨ। ਮਨ ਤਨ ਭੰਗ ਹੈ, ਮਨ ਕਰਕੇ ਵੀ ਤਨ ਕਰਕੇ ਵੀ ਭੰਗਣਾ ਪੈ ਜਾਂਦੀ, ਕੋਈ ਕੰਮ ਵੀ ਉਹਨਾਂ ਦਾ ਸਿਰੇ ਨਹੀਂ ਚੜ੍ਹਦਾ ਹੈ। ਗੁਰ ਕੀ ਕਾਰ ਕਮਾਏ, ਜਿਹੜੇ ਗੁਰੂ ਦੇ ਪਿਆਰੇ ਸਤਿਗੁਰਾਂ ਦੀ ਦੱਸੀ ਹੋਈ ਕਾਰ ਸੇਵਾ ਉਹ ਕਮਾਉਂਦੇ ਹਨ, ਉਸ ਬਚਨ ਵਿੱਚ ਰਹਿੰਦੇ ਹਨ। ਲਾਹਾ ਘਰ ਆਣਿਆ, ਉਹ ਲਾਹਾ ਕਰਕੇ ਆਪਣੇ ਸੱਚਖੰਡ ਰੂਪੀ ਘਰ ਵਿੱਚ ਆ ਜਾਂਦੇ ਹਨ। ਗੁਰਬਾਣੀ ਨਿਰਵਾਣ, ਇਹ ਗੁਰਬਾਣੀ ਨਿਰਵਾਣ ਪਦ ਦੁੱਖਾਂ ਤੋਂ ਰਹਿਤ ਮੁਕਤ ਪਦ ਨੂੰ ਦੇਣ ਵਾਲੀ ਹੈ। ਸ਼ਬਦ ਪਛਾਣਿਆ, ਸ਼ਬਦ ਦੀ ਵਿਚਾਰ ਕਰਕੇ ਕਮਾਈ ਕਰਕੇ ਬਾਣੀ ਦੁਆਰਾ ਜਾਣਕਾਰੀ ਲਈ ਅਭਿਆਸ ਕਰਕੇ ਫਿਰ ਪਛਾਣ ਪੈਦਾ ਕਰਦੇ ਆ ਕਿ ਪਰਮਾਤਮਾ ਸਰੂਪ ਸਤਿਗੁਰੂ ਹਨ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿ ਸਮਾਏ, ਉਹ ਅਬਨਾਸ਼ੀ ਪੁਰਖ ਹੈ, ਨਾ ਆਵੈ ਨਾ ਜਾਏ। ਗੁਰੂ ਨਾਨਕ ਗੋਬਿੰਦ ਰੂਪ ਇਹ ਪਰਮਾਤਮਾ, ਕੋਈ ਭੇਦ ਨਹੀਂ, ਇਹ ਪਛਾਣ ਜਾਂਦੇ ਹਨ। ਇੱਕ ਨਾਨਕ ਕੀ ਅਰਦਾਸ, ਇਹ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਇੱਕ ਮਨ ਹੋ ਕੇ ਅਸੀਂ ਤੇਰੇ ਚਰਨਾਂ 'ਚ ਅਰਦਾਸ ਕਰਦੇ ਹਾਂ। ਜੇ ਤੁਧ ਭਾਵ ਸੀ, ਇਹ ਗਰੀਬ ਨਵਾਜ ਅਸੀਂ ਹੈ ਤਾਂ ਪਾਪੀ, ਜੇ ਸਾਡੀ ਬੇਨਤੀ ਤੁਹਾਨੂੰ ਮਨਜ਼ੂਰ ਹੋ ਜਾਏ। ਮੈਂ ਦੀਜੈ ਨਾਮ ਨਿਵਾਸ, ਸਾਨੂੰ ਕਿਰਪਾ ਕਰਕੇ ਨਾਮ ਦਾ ਨਿਵਾਸ ਦਿਓ, ਨਾਮ ਜਪਣ ਵਾਲੀ ਸੰਗਤ 'ਚ ਨਿਵਾਸ ਦੇ ਦਿਓ। ਹਰ ਗੁਣ ਗਾਵਸੀ, ਸਦਾ ਵਾਸਤੇ ਹਰੀ ਨਿਰੰਕਾਰ ਪਰਮੇਸ਼ਰ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਇਹ ਸਤਸੰਗਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰਨ ਦਾ ਸੁਭਾਗ ਸਾਰਿਆਂ ਨੂੰ ਪ੍ਰਾਪਤ ਹੋਇਆ। ਅੱਜ ਜਿਹੜੀਆਂ ਸਾਡੇ ਵਿੱਚ ਕਮਜ਼ੋਰੀਆਂ ਤਰੁੱਟੀਆਂ ਆਈਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਬੇਨਤੀ ਕੀਤੀ ਹੈ। ਇਹ ਉਪਦੇਸ਼ ਸਾਨੂੰ ਮੌਲਵੀ ਜਾਂ ਪੰਡਤਾਂ ਨੇ ਨਹੀਂ ਦੇਣਾ, ਇਹ ਸਾਨੂੰ ਆਪੇ ਹੀ ਵਿਚਾਰਨਾ ਪੈਣਾ। ਆਪਣੀਆਂ ਗਲਤੀਆਂ ਅਸੀਂ ਆਪੇ ਹੀ ਕੱਢਣੀਆਂ ਸੰਗਤ ਦੀ, ਗੁਰੂ ਮਹਾਰਾਜ ਦੀ ਓਟ ਲੈ ਕੇ। ਇਹਦਾ ਗੁੱਸਾ ਵੀ ਨਾ ਕਰਿਓ। ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ ਅਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖਣ, ਤਾਂ ਹੀ ਬਣੇਗੀ ਜੇ ਆਪਾਂ ਗੁਰੂ ਮਹਾਰਾਜ ਦੀ ਸਿੱਖੀ ਧਾਰਾਂਗੇ, ਖੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ। ਕਿਉਂਕਿ ਪ੍ਰਥਮ ਰਹਿਤ ਜੇ ਜਾਣ, ਖੰਡੇ ਕੀ ਪੋਹਲੇ, ਸੋਈ ਸਿੱਖ ਸਜਾਨ, ਅਵਰ ਨ ਪੋਹਲ ਜੋ ਲੈ। ਇਹ ਮਹਾਰਾਜ ਦਾ ਹੁਕਮ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਪੜ੍ਹ ਦਿਓ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।